सत श्री अकाल जी। एमरजेंसी बुलेटिन देखने वाले सारे दर्शकों का स्वागत है। मैं हरशरण कौर। बुलेटिन के खबरों के विस्तार तो पहला लोक राय तुहानूं दस दिंदे कि अज की लोक राय की है, जिसका जिहड़ा हैगा जवाब तुसीं देना है। अज की लोक राय है कि श्री अकाल तख्त साहिब के कार्यकारी जथेदार ने कहा कि जदों तक बेअदबी के दोषियों नूं सूली ते नहीं टंगिया जाता, साडे हिरदे शांत होने वाले नहीं हैं। कानून तो हुण सानूं कोई आस नहीं रही। दोषियों नूं सज़ा दिवाउण लई सिख संगत नूं नाल लैके लामबंदी करनी पवेगी। जथेदार साहिब दे इस बयान दे नाल की तुसीं सहमत हो कि कानून तो हुण कोई आस तुहानूं भी नहीं रही है? जे सहमत हो यस जां हाँ लिखियो, जे सहमत नहीं हो नो जां ना लिखियो। पंजाब दीयां खबरां पहलां तुहानूं दस दिंदे हां खबरां दे विस्तार दे विच। सब तो पहली जिहड़ी खबर है वो श्री अकाल तख्त साहिब तो ही आ रही है। श्री गुरु ग्रंथ साहिब जी दी बेअदबी दीयां घटनावां बारे अकाल तख्त साहिब दे कार्यकारी जथेदार ज्ञानी हरप्रीत सिंह ने एक वड्डा इकट्ठ सद्दिया सी। वख-वख सिख जथेबंदियां ने जिहड़ियां वो इस मीटिंग दे विच पहुंचियां सी। SGPC प्रधान बीबी जगीर कौर भी शामिल होए। जथेदार हरप्रीत सिंह ने तिखा प्रतिक्रम दिंदियां कहा कि दोषियों नूं सज़ा दिवाउण दे लई हुण सानूं कानून तो आस नहीं है। हुण कहंदे कि सिख संगत नूं नाल लैके ही असीं लामबंदी करांगे दोषियों नूं सज़ा दिवाउण दे लई। मीटिंग दे विच जथेदार ने बेअदबी दीयां घटनावां नूं मंदभागा दसदिआं बहुत ही सख्त शब्दां दे विच कहा कि जदों तक बेअदबी दे दोषियों नूं सूली ते नहीं टंगिया जांदा, साडे हिरदे शांत होण वाले नहीं हन। ਤਾਂ ਜਿੰਨਾ ਚਿਰ ਦੋਸ਼ੀਆਂ ਨੂੰ ਸੂਲੀ ਤੇ ਨਹੀਂ ਟੰਗਿਆ ਜਾਂਦਾ ਅਸੀਂ ਸੈਟੀਸਫਾਈ ਹੋ ਹੀ ਨਹੀਂ ਸਕਦੇ। ਸਾਨੂੰ ਕਾਨੂੰਨ ਤੋਂ ਉਮੀਦ ਵੀ ਕੋਈ ਨਹੀਂ ਹੈ ਜੀ। ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਦੇ ਵਿੱਚ ਸਾਰੀਆਂ ਜਥੇਬੰਦੀਆਂ ਵਿਦਵਾਨਾਂ ਦੇ ਨਾਲ ਸਾਂਝੀ ਲਾਮਬੰਦੀ ਕਰਾਂਗੇ, ਜਿਹਦੇ ਨਾਲ ਅਸੀਂ ਦੋਸ਼ੀਆਂ ਨੂੰ ਜਿਹੜਾ ਹੈ ਉਹ ਸਖਤ ਸਜ਼ਾਵਾਂ ਦਿਵਾਉਣ ਦਾ ਵੀ ਜਿਹੜੀ ਵਿਵਸਥਾ ਕਰਾਂਗੇ ਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਜਿਹੜੀਆਂ ਮਾਨ ਸਨਮਾਨ ਨੂੰ ਢਾਹ ਲਾਉਣ ਵਾਲੀਆਂ ਜਿਹੜੀਆਂ ਘਟਨਾਵਾਂ ਇਹਨੂੰ ਰੋਕਣ ਦੇ ਲਈ ਉਪਰਾਲੇ ਵੀ ਕਰਾਂਗੇ। ਅਸੀਂ ਇੱਕ 5 ਮੈਂਬਰੀ ਕਮੇਟੀ ਬਣਾਵਾਂਗੇ ਜਿਹੜੀ ਸਿੱਖ ਚਿੰਤਕਾਂ ਦੇ ਨਾਲ, ਸਿੱਖ ਸੰਪਰਦਾਵਾਂ ਦੇ ਮੁਖੀਆਂ ਨਾਲ, ਸਾਡੇ ਜਿਹੜੇ ਕਾਲਜ ਨੇ, ਵਿਦਿਆਲੇ ਨੇ, ਉਹਨਾਂ ਦੇ ਪ੍ਰਿੰਸੀਪਲਾਂ ਨਾਲ, ਜਿਹੜੇ ਵਿਦਿਆਰਥੀ ਨੇ ਸਾਡੇ ਕਥਾ ਕਰਦੇ ਨੇ, ਪ੍ਰਚਾਰ ਕਰਦੇ ਨੇ, ਜਿਹੜੇ ਵੀ ਸਾਡੇ ਪ੍ਰਚਾਰ ਦੇ ਫੀਲਡ ਦੇ ਵਿੱਚ ਵਿਚਰਦੇ ਨੇ, ਚਾਹੇ ਉਹ ਲਿਖਤੀ ਪ੍ਰਚਾਰ ਕਰਦੇ ਨੇ, ਬੋਲ ਕੇ ਪ੍ਰਚਾਰ ਕਰਦੇ ਨੇ, ਕੀਰਤਨ ਰਾਹੀਂ ਪ੍ਰਚਾਰ ਕਰਦੇ ਨੇ, ਕਥਾ ਰਾਹੀਂ ਪ੍ਰਚਾਰ ਕਰਦੇ ਨੇ, ਉਹਨਾਂ ਸਾਰਿਆਂ ਦੇ ਸੁਝਾਅ ਜਿਹੜੇ ਆ ਕਮੇਟੀ ਜਾ ਕੇ ਉਹਨਾਂ ਤੋਂ ਲਏਗੀ। ਅਸੀਂ ਸੁਝਾਅ ਲਵਾਂਗੇ ਤੇ ਇਹਨਾਂ ਦਾ ਹੱਲ ਵੀ ਪੁੱਛਾਂਗੇ ਕਿ ਇਹਨਾਂ ਘਟਨਾਵਾਂ ਨੂੰ ਰੋਕਣ ਦਾ ਹੱਲ ਕੀ ਹੈ, ਫਿਰ ਉਹਦੇ ਤੇ ਅਮਲਦਾਰੀ ਕਰਾਂਗੇ। ਗੁਰਦੁਆਰਾ ਕਮੇਟੀਆਂ ਨੂੰ ਅਸੀਂ ਇਹੋ ਹਦਾਇਤ ਕਰਨਾ ਚਾਹੁੰਦੇ ਹਾਂ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਨੇ, ਪਹਿਲਾਂ ਤਾਂ ਉਹ ਆਪ ਸਾਬਤ ਸੂਰਤ ਅੰਮ੍ਰਿਤਧਾਰੀ ਹੋਣ ਤੇ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਨ ਸਤਿਕਾਰ ਨੂੰ ਕਾਇਮ ਰੱਖਦੇ ਆ ਅਜਿਹੀ ਜਿਹੜੀ ਆ ਵਿਵਸਥਾ ਕਰਨ ਕਿ ਕੋਈ ਵੀ ਜਿਹੜਾ ਹੈ ਸ਼ਰਾਰਤੀ ਅੰਸਰ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਨਮਾਨ ਨੂੰ ਢਾਹ ਨਾ ਲਾ ਸਕੇ। ਸਾਰਿਆਂ ਨੂੰ ਅਸੀਂ ਜਿਹੜਾ ਹੈ ਉਹ ਕਹਾਂਗੇ ਕਿ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਜਾ ਕੇ, ਜਿੱਥੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਲੋੜ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਮਹਿਮਾ, ਸਿਧਾਂਤਾਂ ਤੇ ਪਰੰਪਰਾਵਾਂ ਦਾ ਪ੍ਰਚਾਰ ਜਿਹੜਾ ਹੈ ਇਹ ਸੰਤ ਮਹਾਂਪੁਰਖ ਜ਼ਰੂਰ ਕਰਨ। ਬਿਲਕੁਲ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ ਕਿ ਇਹ ਲਿਵਿੰਗ ਗੁਰੂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਨੇ, ਇਸ ਕਰਕੇ ਸਰਕਾਰ ਦਾ ਆਪੇ ਫਰਜ਼ ਬਣਦਾ ਹੈਗਾ ਅਸੀਂ ਕਿ ਇਹੋ ਜਿਹੇ ਜਿੱਥੇ ਕਿਤੇ ਘਟਨਾ ਕਰਨ ਵਾਲੇ ਜਿਹੜੇ ਆ ਘਟੀਆ ਕਿਸਮ ਦੇ ਲੋਕ ਸਾਹਮਣੇ ਆਉਂਦੇ ਆ, ਫੜੇ ਜਾਂਦੇ ਆ ਤੇ ਉਹਨਾਂ ਨੂੰ ਜਿਹੜਾ ਸਜ਼ਾ ਦੇ ਅੰਜਾਮ ਤੱਕ ਪਹੁੰਚਾਵੇ। ਜੋ ਇਹ ਖੱਟੜਾ ਸਾਹਿਬ ਬੋਲੇ ਨੇ ਉਹ ਵੀਡੀਓ ਜਿਹੜੀ ਅਸੀਂ ਉਹਦੇ ਰਿਲੀਜ਼ ਕਰ ਦਾਂਗੇ, ਤੁਸੀਂ ਸੁਣ ਲਿਓ ਸਾਰੇ ਕੀ ਘਟਨਾਕ੍ਰਮ ਹੋਇਆ, ਕਿਸ ਤਰ੍ਹਾਂ ਕੇਸ ਚੱਲੇ ਆ, ਉਹ ਸਾਰਾ ਸਾਹਮਣੇ ਆ। ਤੁਸੀਂ ਵੀਡੀਓ ਜਿਹੜੀ ਉਹ ਬੋਲਿਆ ਉਹ ਆ ਹੀ ਜਾਏਗੀ ਸਾਰਿਆਂ ਦੇ ਸਾਹਮਣੇ, ਤੁਸੀਂ ਸੁਣ ਲਿਓ। ਦੇਖੋ, ਮੈਂ ਮੀਡੀਆ ਨੂੰ ਵੀ ਇਹ ਅਪੀਲ ਕਰਨੀ ਚਾਹਾਂਗਾ ਕਿ ਕੋਈ ਵੀ VIP ਆਉਂਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਯਮ ਵੀ ਬਣਾਇਆ ਕਿ ਪ੍ਰਕਰਮਾਂ ਦੇ ਵਿੱਚ ਉਹਦੀ ਜਿਹੜੀ ਇੰਟਰਵਿਊ ਜਾਂ ਬਾਈਟ ਜਿਹੜੀ ਆ ਉਹ ਨਾ ਹੀ ਲਈ ਜਾਵੇ। ਤੇ ਮੇਰੇ ਖਿਆਲ ਅੰਮ੍ਰਿਤਸਰ ਦੀ ਪ੍ਰੈਸ ਜਿਹੜੀ ਆ ਉਹ ਅਮਲਦਾਰੀ ਕਰਦੀ ਹੈ। ਉਸ ਦਿਨ ਕੋਈ ਜ਼ਰੂਰ ਬਾਹਰ ਦਾ ਪੱਤਰਕਾਰ ਹੋਏਗਾ ਜਿਹਨੇ ਇਸ ਨਿਯਮ ਦੀ ਅਣਦੇਖੀ ਕੀਤੀ ਹੈ ਤੇ ਜਿਹਦਾ ਸੰਗਤਾਂ ਨੇ ਬੁਰਾ ਬਣਾਇਆ। ਤੇ ਅਸੀਂ ਪ੍ਰੈਸ ਨੂੰ ਇਹ ਜ਼ਰੂਰ ਕਹਾਂਗੇ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਯਮ ਬਣਾਇਆ ਕਿ ਪ੍ਰਕਰਮਾਂ ਦੇ ਵਿੱਚ ਕਿਸੇ VIP ਦੀ ਇੰਟਰਵਿਊ ਜਾਂ ਬਾਈਟ ਜਿਹੜੀ ਹੈ ਨਾ ਕੀਤੀ ਜਾਵੇ, ਇਹਦੇ ਤੇ ਪ੍ਰੈਸ ਜ਼ਰੂਰ ਅਮਲਦਾਰੀ ਕਰੇ। इस दरम्यान SGPC प्रधान बीबी जगीर कौर ने भी प्रेस कॉन्फ्रेंस करके सब तो वड्डी बेअदबी की घटना जो बरगाड़ी दे विच वापरी उसकी निंदा की कि है कि सब तो माड़ी घटना ये वापरी सी। उन्होंने कहा कि 28 बंदे लोकेट किए गए उस मामले दे विच। कहते जिन्हों ने बयान दे विच ये कहा उन्होंने 28 बंदियां ने कि राम रहीम ही साडा पिता है तो उन्हें ही सानू हुक्म दिते सी बेअदबी करन दे लई। ये सारा कुछ असीं उन्हां दे कहण ते कीता, उन्होंने हर चीज़ दसी है। बीबी जगीर कौर ने कहा कि कुंवर विजय प्रताप नूं जदों इस मामले लई बनाई गई सिट दा इंचार्ज लाया गया तो उसने कोटकपूरा दे विच शहीद हुए 2 सिंघां दे कतल दे दोषियों नूं लभण दी कोशिश की। यह बेअदबी मामले तो बिल्कुल वखरा सी। कुंवर विजय प्रताप सिंह दा केस वखरा सी, कानून व्यवस्था की उलंघना वाला सी। यानी कि जो श्रोमणी अकाली दल के लीडर कहते हैं वो SGPC प्रधान के मूहों भी उस तरह की जी शब्दावली सुनी गई। तो बीबी जगीर कौर ने कहा कि कुंवर विजय प्रताप सिंह के केस नूं बैबल कलां ते बरगाड़ी मोर्चे वाले मामले नाल जोड़िया जा रहा है जो कि बेअदबी मामले नाल संबंधित ने। कहते इस मामले दे विच दोषियों विच राम रहीम का नाम भी सी पर नवीं फाइलों के विचों उसका नाम ही गायब कर दिता गया।
28 बंदे लोकेट किए, 28 सारिਆਂ ने जो बयान दिते सन ਉਹਦੇ ਚ ਕਿਹਾ ਗਿਆ ਸੀਗਾ कि ਜਿਹੜਾ राम रहीम है वो ही साडा पिता है, उन्हें सानू दिशा निर्देश दिते, ਉਹਨੇ सारे को कराया, ये सारा कुछ असीं ਉਹਦੇ ਕਹਿਣ ਤੇ ਕੀਤਾ। 6 ਮੈਂਬਰੀ ਉਹਨਾਂ एक कमेटी ਜਿਹੜੀ ਸੀ ਉਹਨਾਂ मीटिंग की, उन्होंने पिछलियां घटनावां ਜਿਹੜੀਆਂ ਸਾਡੇ कोई पहला करते ਸੀਗੇ प्रचार करते सी ਉਹਦਾ बदला लैण वास्ते किया। हर चीज़ उन्होंने 63 नंबर FIR दर्ज हुई, ਉਹਦਾ चलान पेश किया गया और वो केस ਜਿਹੜਾ चल रहा। दूजा केस सी कि बुरज जवाहर सिंह वाला ते नाल सी नहीं कोटकपूरा, वो जी उत्थे होया सी जिहड़ा धरना लगा सी, उत्थे गोली चली, मुकाबला हो गया पुलिस दा सिंघां दा, उत्थे गोली विच 2 मारे गए। चलो खैर माड़ी खबर सी, वो सारे वास्ते बड़ी दर्दनाक घड़ी सी भी वो शहीद कर दिते गए। वो बड़ा वड्डा साडे मन सारे सट वजी, माड़ा होया। पर तकलीफ ये है कि ਉਹਦੀ ਜਿਹੜੀ ਸਿੱਟ ਸੀ ਉਹਦਾ ਇੰਚਾਰਜ ਸੀਗਾ कुंवर विजय प्रताप सिंह। कुंवर विजय प्रताप सिंह ਜਿਹੜਾ केस ਲੱਭ ਰਿਹਾ ਉਹ ਉਹਨਾਂ ਬੱਚਿਆਂ ਦੇ ਕਤਲ ਦਾ ਲੱਭ ਰਿਹਾ, ਉਹ ਕਤਲ ਨਾਲ ਸੰਬੰਧਿਤ ਹੈ। ਜਿਹੜਾ ਬਰਗਾੜੀ ਤੇ ਬਹਿਬਲ ਕਲਾਂ ਸੀ ਉਹ ਬੇਅਦਬੀ ਦਾ ਕੇਸ ਸੀ, 2 ਚੀਜ਼ਾਂ ਵੱਖਰੀਆਂ ਸੀ। ਇਹਦੀ 123 ਨੰਬਰ FIR ਦਰਜ ਹੋਈ, ਉਹਦੀ ਵੱਖਰੀ ਦਰਜ ਹੋਈ। ਹੁਣ ਜਿਹੜੇ कुंवर विजय प्रताप सिंह ਦਾ ਰੌਲਾ ਉਹਦੇ ਸੀ ਗੋਲੀ ਵਾਲਾ, ਲਾਅ ਐਂਡ ਆਰਡਰ ਦਾ, ਉਹਨੂੰ ਬਹਿਬਲ ਕਲਾਂ ਤੇ ਬਰਗਾੜੀ ਵਾਲਾ ਕੇਸ ਬੇਅਦਬੀ ਦਾ ਸੀ, ਉਹ ਜੇ ਕੇਸ ਚੱਲ ਰਿਹਾ। ਉਹਨੂੰ ਛੱਡ ਕੇ ਜਿਹੜੀ ਲਾਅ ਐਂਡ ਆਰਡਰ ਦੀ ਗੱਲ ਹੈ, ਗੋਲੀ ਦੀ ਗੱਲ ਹੈ, ਉਹਨੂੰ ਨਹੀਂ ਕੋਈ ਗੱਲ ਕਰਦਾ। ਗੱਲ ਉਹ ਬੇਅਦਬੀ ਵਾਲੀ ਗੱਲ ਜਿਹੜੀ ਹੈ ਉੱਥੇ ਬਾਰ-ਬਾਰ ਦੁਹਰਾਈ ਜਾਂਦੀ ਹੈ, ਉਹ ਸਾਰੀ ਦੁਨੀਆ ਨੂੰ ਪਤਾ। ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਾਲ ਜੁੜੀ ਖਬਰ ਹੈ। ਇਥੋਂ ਦੇ ਮੁੱਖ ਗੇਟ ਦੇ ਬਾਹਰ ਸੋਮਵਾਰ ਨੂੰ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਸਰਕਾਰ ਦੇ ਉੱਤੇ ਜ਼ਮੀਨ ਦਾ ਕਿਰਾਇਆ ਨਾ ਦੇਣ ਦਾ ਇਲਜ਼ਾਮ ਲਾਇਆ। ਜਦੋਂ ਲਾਂਘੇ ਦਾ ਉਦਘਾਟਨੀ ਸਮਾਰੋਹ ਹੋਇਆ ਸੀ ਤਾਂ ਉਦੋਂ ਕਿਸਾਨਾਂ ਦੀ ਜ਼ਮੀਨ ਤੇ ਸਮਾਰੋਹ ਕੀਤਾ ਗਿਆ ਸੀ, ਜਿਸ ਕਰਕੇ ਉਹਨਾਂ ਦੀ ਫਸਲ ਵੱਢ ਦਿੱਤੀ ਗਈ ਸੀ। ਕਿਸਾਨਾਂ ਨੇ ਕਿਹਾ ਸੀ ਕਿ ਸਾਨੂੰ ਸਰਕਾਰ ਨੇ ਵੱਢੀ ਹੋਈ ਫਸਲ ਦਾ ਮੁਆਵਜ਼ਾ ਤੱਕ ਨਹੀਂ ਦਿੱਤਾ। ਦਰਅਸਲ ਸਰਕਾਰ ਨੇ ਲਾਂਘੇ ਦੇ ਲਈ ਜ਼ਮੀਨ ਦੇਣ ਲਈ 5 ਲੱਖ ਰੁਪਏ ਦਾ ਐਲਾਨ ਕੀਤਾ ਸੀ। ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ। ਕਿਸਾਨਾਂ ਦੀ ਗੱਲ ਕਰ ਲਈਏ ਤਾਂ ਦਿੱਲੀ ਦੇ ਵਿੱਚ ਕਿਸਾਨਾਂ ਦੀ ਸੰਸਦ ਦਾ ਸੋਮਵਾਰ ਨੂੰ ਤੀਸਰਾ ਦਿਨ ਸੀ। ਕਿਸਾਨਾਂ ਦੇ ਦਿੱਲੀ ਮੋਰਚਿਆਂ ਨੂੰ 8 ਮਹੀਨੇ ਪੂਰੇ ਹੋ ਗਏ ਸੋਮਵਾਰ ਨੂੰ। ਇਹਨਾਂ 8 ਮਹੀਨਿਆਂ ਦੇ ਪੂਰੇ ਹੋਣ ਤੇ ਕਿਸਾਨਾਂ ਨੇ ਕਿਸਾਨ ਸੰਸਦ ਦੀ ਸਾਰੀ ਕਮਾਨ ਬੀਬੀਆਂ ਦੇ ਹੱਥ ਦਿੱਤੀ, ਔਰਤਾਂ ਦੇ ਹੱਥ ਦਿੱਤੀ ਤੇ ਸੋਮਵਾਰ ਨੂੰ ਸਾਰੀ ਜਿਹੜੀ ਕਿਸਾਨ ਸੰਸਦ ਦੀ ਕਾਰਵਾਈ ਉਹ ਔਰਤਾਂ ਦੇ ਵੱਲੋਂ ਹੀ ਚਲਾਈ ਗਈ। ਕਿਸਾਨ ਸੰਸਦ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੀਆਂ 200 ਬੀਬੀਆਂ ਸ਼ਾਮਿਲ ਹੋਈਆਂ। ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਬਣਾਏ ਗਏ 3 ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਸੋਮਵਾਰ ਨੂੰ ਕਿਸਾਨ ਸੰਸਦ ਦੇ ਵਿੱਚ ਜ਼ਰੂਰੀ ਵਸਤੂਆਂ ਸੋਧ ਕਾਨੂੰਨ ਤੇ ਚਰਚਾ ਕੀਤੀ ਗਈ ਅਤੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਹਰ ਬੁਲਾਰੇ ਨੇ ਮੰਗ ਕੀਤੀ। ਕਿਸਾਨਾਂ ਨੇ ਇਸ ਸੰਸਦ ਦੇ ਵਿੱਚ ਅਜਿਹਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਜੋ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦਿੰਦਾ ਹੋਵੇ ਤੇ ਇਸ ਕਿਸਾਨ ਸੰਸਦ ਦੇ ਵਿੱਚ ਬੀਬੀਆਂ ਕੇਂਦਰ ਸਰਕਾਰ ਦੇ ਉੱਤੇ ਰੱਜ ਕੇ ਵਰੀਆਂ। ਔਰਤਾਂ ਦੀ ਕਿਸਾਨ ਸੰਸਦ ਦਾ ਸੰਚਾਲਨ ਸੂਬਾ ਆਗੂ ਤੇ ਬੁਲਾਰਾ ਸੁਭਾਸ਼ਿਨੀ ਅਲੀ ਨੇ ਕੀਤਾ। ਇਸ ਮੌਕੇ 8 ਮਹੀਨਿਆਂ ਦੇ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਸੁਭਾਸ਼ਿਨੀ ਅਲੀ ਨੇ ਕਿਹਾ ਕਿ ਸੰਸਦ ਵਿੱਚ ਔਰਤਾਂ ਦੀ ਸ਼ਕਤੀ ਦਿਖਾਈ ਦੇਵੇਗੀ ਤੇ ਸਰਕਾਰ ਦੇ ਕੰਨਾਂ ਤੱਕ ਇਸ ਸੰਸਦ ਦੀ ਗੂੰਜ ਜ਼ਰੂਰ ਪਹੁੰਚੇਗੀ। ਇਸ ਮੌਕੇ ਬੀਬੀਆਂ ਨੇ ਕਿਹਾ ਕਿ ਔਰਤਾਂ ਖੇਤੀ ਵੀ ਕਰ ਸਕਦੀਆਂ ਨੇ ਤੇ ਦੇਸ਼ ਵੀ ਚਲਾ ਸਕਦੀਆਂ ਨੇ। ਇੱਥੇ ਹਰ ਇੱਕ ਬੰਦਾ ਲੀਡਰ है, हर एक व्यक्ति लीडर है। ये जो लोग आज हमारे देश पर राज कर रहे हैं, इनके पास उनको याद करने के लिए समय नहीं, उनके परिवारों के साथ हमदर्दी जताने के लिए समय नहीं, उल्टा वो इस आंदोलन को गाली देते हैं, हमको आपस में लड़ाते हैं। कभी आतंकवादी, कभी खालिस्तानी, तो कभी मवाली, तो पता नहीं क्या क्या ये हमको नाम देते हैं। अगर इनके अंदर जरा भी शर्म है तो इनको आतंकवादी और खालिस्तानी और मवाली लोगों के हाथ का पैदा किया अनाज छूना नहीं चाहिए। अगर इनके अंदर हिम्मत है तो इनकी निंदा करते हुए हम लोग सब अपना शीश झुकाएंगे। अपने शहीदों, हमारे शहीद भाई बहन और पिता समान लोगों की याद में हम अपना शीश निश्चित रूप से नीचे करेंगे और उनको श्रद्धांजलि अर्पित करने के लिए 2 मिनट का बिल्कुल मौन
धारण करेंगे। किसान संसद ਦੀ ਪੂਰੀ ਕਮਾਨ ਸੋਮਵਾਰ ਨੂੰ ਭਾਵੇਂ ਬੀਬੀਆਂ ਦੇ ਹੱਥ ਵਿੱਚ ਸੀ, ਪਰ ਇੱਥੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਵੀ ਪਹੁੰਚੇ ਹੋਏ ਸੀ। ਉਹਨਾਂ ਨੇ ਸੰਤੁਸ਼ਟੀ ਜਤਾਈ ਕਿ ਕਿਸਾਨ ਸੰਸਦ ਬਹੁਤ ਹੀ ਸਫਲਤਾ ਦੇ ਨਾਲ ਚੱਲ ਰਹੀ ਹੈ, ਜਿਸ ਨੂੰ ਵੇਖ ਕੇ ਸਾਨੂੰ ਸੰਤੁਸ਼ਟੀ ਹੈ। ਰਾਜੇਵਾਲ ਨੇ ਕਿਹਾ ਕਿ ਇੱਥੇ ਦੋ ਸੰਸਦ ਨੇ, ਇੱਕ ਲੋਕਾਂ ਦੀ ਚੁਣੀ ਹੋਈ ਪਾਰਲੀਮੈਂਟ ਹੈ ਜਿਸ ਨੂੰ ਸੰਵਿਧਾਨਿਕ ਪਾਰਲੀਮੈਂਟ ਕਿਹਾ ਜਾਂਦਾ ਹੈ ਤੇ ਇੱਕ ਲੋਕਾਂ ਦੀ ਆਪਣੀ ਪਾਰਲੀਮੈਂਟ ਹੈ। ਸੰਵਿਧਾਨਿਕ ਪਾਰਲੀਮੈਂਟ ਦੇ ਵਿੱਚ ਰੋਜ਼ਾਨਾ ਕਲੇਸ਼ ਹੁੰਦਾ ਹੈ, ਲੋਕਾਂ ਦੇ ਮੁੱਦਿਆਂ ਤੇ ਵਿਚਾਰ ਹੀ ਨਹੀਂ ਹੁੰਦੀ, ਇੱਕ ਦੂਸਰੇ ਤੇ ਚਿੱਕੜ ਸੁੱਟਿਆ ਜਾਂਦਾ ਹੈ। ਲੋਕਾਂ ਦੀ ਕਿਸਾਨ ਸੰਸਦ ਸਿਆਸੀ ਲੀਡਰਾਂ ਨੂੰ ਇੱਕ ਸੁਨੇਹਾ ਦਿੰਦੀ ਹੈ ਕਿ ਕਿਸਾਨ ਤੁਹਾਡੇ ਨਾਲੋਂ ਵਧੀਆ ਢੰਗ ਦੇ ਨਾਲ ਸੰਸਦ ਚਲਾਉਣਾ ਜਾਣਦੇ ਨੇ। ਲੋਕਾਂ ਦੀ ਚੁਣੀ ਹੋਈ ਸੰਸਦ ਨੂੰ ਲੋਕਾਂ ਨੇ ਹੀ ਰੱਦ ਕੀਤਾ ਹੈ। ਕਿਸਾਨ ਸੰਸਦ ਵਰਗੀਆਂ ਸੰਸਦਾਂ ਵਾਰ-ਵਾਰ ਹੋਣੀਆਂ ਚਾਹੀਦੀਆਂ ਨੇ। किसान संसद बहुत सफलता नाल चल रही है और इनू देख के मन गदगद हो जाता है। इत्थे दो पार्लीमेंट ने, एक तो लोगों की चुनी हुई पार्लीमेंट जिन्हों एक कंस्टीट्यूशनल पार्लीमेंट कहते हैं, एक लोगों की पार्लीमेंट। कंस्टीट्यूशनल पार्लीमेंट दे विच रोज़ कलेश हुंदा है, होए हुंदी है, लोगों के मुद्दे डिस्कस नहीं होंदे, एक दूए दे उत्ते चिकड़ सिटिया जाता है, इदों बाद उत्ते कुछ नहीं हुंदा। और सरकार हर काम कॉरपोरेट के हक च बना करती है, कानून उन्होंने हक च बनाती है। तो इत्थे जिहड़ी सरकार कहती सी किसानां नूं किसान क्लॉज बाई क्लॉज बहस नहीं करते, इत्थे जदों एक एक क्लॉज की छिल लाई जाती है, इन्ना बरीकी च घोखिया जाता है। ये तो रोज़ मैसेज दिंदी है इत्थे दी संसद भी तुहाडे नालों लोग बेहतर वधिया ढंग नाल संसद चलाउणा जाणदे ने और एक मैसेज सारे देश नूं जा रहा है। मैं समझदा देश के लोगों नूं समझना चाहिए ਜਿਹੜੀ ਸਾਡੀ ਅੱਜ ਦੀ ਲੋਕਾਂ ਦੀ ਚੁਣੀ ਹੋਈ ਸੰਸਦ ਹੈ ਉਹ ਲੋਕਾਂ ਨੇ ਰਿਜੈਕਟ ਕਰ ਦਿੱਤੀ। ਇੱਕ ਸਮਝਣਾ ਚਾਹੀਦਾ ਹੈ ਕਦੇ ਦੇਸ਼ ਦਾ ਪ੍ਰਧਾਨ ਮੰਤਰੀ ਇਹੋ ਜਿਹਾ ਨਾ ਬਣਾਓ ਜਿਹੜਾ ਪ੍ਰਧਾਨ ਮੰਤਰੀ ਹੋਣ ਦੀ ਆਕੜ ਵਿੱਚ ਈਗੋ ਪ੍ਰੋਬਲਮ 'ਚ ਫਸ ਕੇ ਲੋਕਾਂ ਦੀ ਗੱਲ ਨਾ ਸੁਣੇ। ਸਾਡੇ ਸੰਵਿਧਾਨ 'ਚ ਜਿਹੜਾ ਪ੍ਰੀਐਂਬਲ 'ਚ ਲਿਖਿਆ ਹੈ ਗਵਰਨਮੈਂਟ ਆਫ ਦਾ ਪੀਪਲ, ਬਾਈ ਦਾ ਪੀਪਲ, ਫॉर ਦਾ ਪੀਪਲ, ਬਦਕਿਸਮਤੀ ਹੈ ਇਸ ਦੇਸ਼ ਦੀ। ਉਹ ਗਵਰਨਮੈਂਟ ऑफ द कॉरपोरेट बाई द पीपल ऑफ द फॉर द कॉरपोरेट्स हो गई। इत्थे लोग चुनते ने, लोगों ने ताकत देती, वो ताकत की दुरवरतों करके सारा कुछ कॉरपोरेट के हक में नीतियां कड़ियां जांदियां ने, देश नूं कहने पाया जा रहा है। जे हुण सरकारी संसद की गल कर लईए तां इस दे विच रौला रप्पा लगातार पैंदा रहा। सोमवार नूं लोक सभा ते राज सभा दोवां सदनां दे विच रौला रप्पा पैंदा रहा ते कांग्रेसी लीडर राहुल गांधी किसानां दे हमायती अपने आप नूं दर्शाउंदे होए ट्रैक्टर चला के पार्टी दे होर संसद मैंबरां दे नाल संसद दे गेट तक पहुंचे। केंद्र सरकार तो तिन्ने खेती कानून रद्द ਕਰਨ ਦੀ ਰਾਹੁਲ ਗਾਂਧੀ ਨੇ ਮੰਗ ਕੀਤੀ। ਇਸ ਤੋਂ ਬਾਅਦ ਪਾਰਟੀ ਦੇ ਕੁਝ ਲੀਡਰਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਰਾਹੁਲ ਗਾਂਧੀ ਦੇ ਨਾਲ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ ਤੇ ਦੀਪਿੰਦਰ ਸਿੰਘ ਹੁੱਡਾ ਨੇ ਵੀ ਖੇਤੀ ਕਾਨੂੰਨਾਂ ਦੇ ਵਿਰੋਧ ਵਾਲੇ ਬੈਨਰ ਹੱਥਾਂ ਦੇ ਵਿੱਚ ਚੁੱਕੇ ਹੋਏ ਸੀ। ਨਾਅਰੇਬਾਜ਼ੀ ਵੀ ਇਹਨਾਂ ਲੀਡਰਾਂ ਦੇ ਵੱਲੋਂ ਕੀਤੀ ਗਈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਖੇਤੀ ਕਾਨੂੰਨ ਸਿਰਫ 2-3 ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਹੀ ਬਣਾਏ ਗਏ ਨੇ। सारा मुल्क जानता है कि ये कानून किहड़े लोकां लई लिआंदे गए ने। ये कानून किसानां लई है ही नहीं, बनाए ही नहीं, इस करके इन्हां नूं वापस लिया जाना चाहिए। पंजाब कांग्रेस के नवे बने प्रधान नवजोत सिंह सिद्धू ने कहा है कि खेती कानूनों का विरोध असीं लगातार कर रहे हाँ तो जारी रहेगा। उन्होंने कहा कि कांग्रेस पार्टी संयुक्त किसान मोर्चे के अंदोलनकारियों के नाल डट के खड़ी है। तिन्ने खेती कानून लाजमी तौर पर रद्द होने चाहिए ने। राहुल गांधी ट्रैक्टर ते चढ़ के संसद पहुंचे तो किसान लीडर रजिंदर सिंह दीप सिंह वाला ने राहुल गांधी नूं अपील करदिआं कहा कि वो ट्रैक्टर के उत्ते पार्लीमेंट तक पहुंच गए तो उन्होंने हत्थ विच खेती कानून रद्द करने के पोस्टर भी फड़े हुए सी, पर वो पब्लिक विप की उलंघना करने वाले अपने कांग्रेसी मैंबरां ते भी सख्ती हुण जरूर करन जिहड़ी कि वो नहीं कर रहे। रजिंदर सिंह ने कहा कि राहुल गांधी जी जिहड़े तुहाडे कांग्रेस MP संसद दे विचों गैर हाज़र रह के बीजेपी की हमायत कर चुके ने, उन्होंने एक तरीके नाल बीजेपी की ही हमायत की है। इसदा मतलब है कि वो खेती कानूनों की भी हमायत कर गए ने। इन्हां संसद मैंबरां ने पार्लीमेंट विचों गैर हाज़र होकर नवजोत सिंह सिद्धू की ताजपोशी नूं ज़्यादा हमायत दिती है ते राहुल गांधी जी तुसी इधर भी थोड़ा ध्यान दिओ। आम आदमी पार्टी दे पूरे देश विचों इकलौते MP भगवंत मान ने तिन्ने खेती कानून रद्द करन दे लई संसद दे विच 5वीं वारी कम रोकू मता पेश कीता अते किसान विरोधी तिन्ने खेती कानून रद्द करन दी मंग कीती। मान ने कहा कि नवे खेती कानूनां दा संबंध देश दे किसानां ते मजदूरां दे नाल है, इसलिए संसद दे मॉनसून सैशन दौरान होर विचारे जाण वाले मुद्दों तो वख इन्हां खेती कानूनां नूं रद्द करन बारे पहल दे आधार ते चर्चा होनी चाहिदी है।
ਭਗਵੰਤ ਮਾਨ ਨੇ ਕਿਸਾਨਾਂ ਦੀ ਸੰਸਦ ਦੀ ਵੀ ਸ਼ਲਾਘਾ ਕੀਤੀ, ਤਾਰੀਫ ਕੀਤੀ। ਕਿਹਾ ਕਿ ਦੇਸ਼ ਦੇ ਕਿਸਾਨਾਂ ਵੱਲੋਂ ਜੰਤਰ ਮੰਤਰ ਤੇ ਚਲਾਈ ਜਾ ਰਹੀ ਕਿਸਾਨ ਸੰਸਦ ਦੇਸ਼ ਵਾਸੀਆਂ ਦੇ ਵਿੱਚ ਚੇਤਨਤਾ ਤੇ ਸਮਾਨਤਾ ਪੈਦਾ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਫਿਰ ਸੰਸਦ ਦੇ ਬਾਹਰ ਖੜੇ ਹੋ ਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਤੇ ਕਿਸਾਨਾਂ ਦੇ ਹੱਕ ਵਿੱਚ ਮੁਜ਼ਾਹਰਾ ਕੀਤਾ। ਕਿਹਾ ਕਿ ਅੰਨਦਾਤਿਆਂ ਦਾ ਅਪਮਾਨ ਅਸੀਂ ਕਦੇ ਵੀ ਸਹਿਣ ਨਹੀਂ ਕਰ ਸਕਾਂਗੇ। ਸੁਖਬੀਰ ਬਾਦਲ ਨੇ ਆਪਣੇ ਹੱਥ ਵਿੱਚ ਇੱਕ ਤਖਤੀ ਫੜੀ ਹੋਈ ਸੀ ਜਿਸ ਤੇ ਲਿਖਿਆ ਸੀ, ਕਾਨੂੰਨ ਕਿਸਾਨਾਂ ਦੇ ਵਿਰੁੱਧ ਹਨ, ਉੱਚੀ ਆਵਾਜ਼ ਵਿੱਚ ਕਹਾਂਗੇ, ਅੰਨਦਾਤਿਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਤੇ ਇਸੇ ਦਰਮਿਆਨ ਸੋਮਵਾਰ ਨੂੰ ਲੋਕ ਸਭਾ ਤੇ ਰਾਜ ਸਭਾ ਦੋਵਾਂ ਸਦਨਾਂ ਦੀ ਕਾਰਵਾਈ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਹੋਏ ਪ੍ਰਦਰਸ਼ਨ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਤੇ ਰਾਜ ਸਭਾ ਦੋਵਾਂ ਸਦਨਾਂ ਦੇ ਵਿੱਚ ਵਿਰੋਧੀ ਧਿਰ ਦੇ ਜਿਹੜੇ ਸਾਂਸਦ ਹੈਗੇ ਨੇ ਉਹਨਾਂ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਰੱਜ ਕੇ ਹੰਗਾਮਾ ਕੀਤਾ। ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ 21 ਜੁਲਾਈ ਨੂੰ ਸਟੇਜ ਤੇ ਆਪਣੇ ਦਿੱਤੇ ਬਿਆਨ ਦੀ ਹੁਣ ਸਫਾਈ ਦਿੱਤੀ ਹੈ। ਰੁਲਦੂ ਸਿੰਘ ਨੇ ਕਿਹਾ ਕਿ ਮੈਂ ਉਸ ਦਿਨ ਸਟੇਜ ਤੇ ਜੋ ਵੀ ਬੋਲਿਆ ਪਹਿਲਾਂ ਉਸ ਵੀਡੀਓ ਨੂੰ 5 ਵਾਰੀ ਸੁਣੋ, ਉਸ ਤੋਂ ਬਾਅਦ ਸਿੱਧਾ ਮੇਰੇ ਨਾਲ ਫੋਨ ਤੇ ਗੱਲ ਕਰੋ। ਰੁਲਦੂ ਸਿੰਘ ਨੇ ਕਿਹਾ ਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ। ਮੈਂ ਸਟੇਜ ਤੇ ਇੱਕ ਵੀ ਲਫ਼ਜ਼ ਸੰਤਾਂ ਦੇ ਖਿਲਾਫ ਨਹੀਂ ਬੋਲਿਆ। ਮੈਂ ਜਗਜੀਤ ਸਿੰਘ ਅਤੇ ਗੁਰਪਤਵੰਤ ਸਿੰਘ ਪੰਨੂ ਬਾਰੇ ਬਿਆਨ ਦਿੱਤਾ ਸੀ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੇ ਸਾਡੇ ਨੌਜਵਾਨ ਮਰਵਾਏ ਨੇ। ਰੁਲਦੂ ਸਿੰਘ ਨੇ ਪੰਨੂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਖਾਲਿਸਤਾਨ ਬਣਾਉਣਾ ਹੀ ਹੈ ਤਾਂ ਭਾਰਤ ਵਿੱਚ ਆਉਣ। ਪੰਨੂ ਵੱਡਾ ਸਿੱਖ ਅਖਵਾਉਂਦਾ ਹੈ ਪਰ ਉਹ ਦਾੜੀ ਤਾਂ ਪਹਿਲਾਂ ਰੱਖ ਲਏ। ਮੈਂ ਅੰਮ੍ਰਿਤ ਤਾਂ ਨਹੀਂ ਛਕਿਆ ਪਰ ਫਿਰ ਵੀ ਮੈਂ ਆਪਣੀ ਦਾੜੀ ਰੱਖੀ ਹੈ ਤੇ ਮੈਂ ਸਰੂਪ ਦੇ ਵਿੱਚ ਆ। ਕਿਸਾਨ ਲਗਾਤਾਰ ਬੀਜੇਪੀ ਲੀਡਰਾਂ ਦੇ ਖਿਲਾਫ ਮੁਜ਼ਾਹਰੇ ਵੀ ਕਰ ਰਹੇ ਨੇ। ਹਰਿਆਣਾ ਦੇ ਜੀਂਦ ਵਿੱਚ ਕਿਸਾਨਾਂ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸਟੇਜ ਤੋਂ ਸੰਬੋਧਨ ਹੀ ਨਹੀਂ ਕਰਨ ਦਿੱਤਾ। ਚੌਟਾਲਾ ਸਟੇਜ ਤੇ ਸੰਬੋਧਨ ਕਰਨ ਦੇ ਲਈ ਮਾਈਕ ਦਾ ਇੰਤਜ਼ਾਰ ਕਰਦੇ ਰਹੇ ਪਰ ਕਿਸਾਨਾਂ ਨੇ ਚੌਟਾਲਾ ਨੂੰ ਸਟੇਜ ਹੀ ਸਾਂਝੀ ਨਾ ਕਰਨ ਦਿੱਤੀ। ਦਰਅਸਲ ਚੌਟਾਲਾ ਜੀਂਦ ਦੇ ਵਿੱਚ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਪਹੁੰਚੇ ਸੀ ਪਰ ਕਿਸਾਨਾਂ ਨੂੰ ਇਹ ਜਿਹੜਾ ਗਵਾਰਾ ਨਹੀਂ ਗੁਜ਼ਰਿਆ ਕਿ ਉਹ ਆ ਕੇ ਸਟੇਜ ਦੇ ਉੱਤੇ ਬੋਲਣ। ਕਿਸਾਨਾਂ ਨੇ ਕਿਹਾ ਕਿ ਜੇ ਕੋਈ ਵੀ ਸਿਆਸੀ ਲੀਡਰ ਸਾਡੀ ਸਟੇਜ ਤੋਂ ਬੋਲ ਗਿਆ ਤਾਂ ਸਾਡਾ ਅੰਦੋਲਨ ਹੀ ਖਰਾਬ ਹੋ ਜਾਏਗਾ। ਯਾਨੀ ਕਿ ਕਿਸਾਨ ਆਪਣੇ ਫੈਸਲਿਆਂ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਦ੍ਰਿੜ ਨੇ, ਕੋਈ ਵੀ ਸਿਆਸੀ ਰੰਗਤ ਦੇਣ ਨਹੀਂ ਚਾਹੁੰਦੇ। ਪੰਜਾਬ ਦੇ ਬਠਿੰਡਾ ਦੀ ਮੌੜ ਮੰਡੀ ਦੇ ਵਿੱਚ ਕਿਸਾਨਾਂ ਨੇ ਵਿਧਾਇਕ ਜਗਦੇਵ ਸਿੰਘ ਕਮਾਲੂ ਦਾ ਵਿਰੋਧ ਕੀਤਾ। ਕਿਸਾਨਾਂ ਨੇ ਵਿਧਾਇਕ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਿਸ ਕਰਕੇ ਵਿਧਾਇਕ ਨੂੰ ਤੁਰੰਤ ਆਪਣੀ ਕਾਰ ਵਿੱਚ ਬਹਿ ਕੇ ਵਾਪਸ ਜਾਣਾ ਪਿਆ। ਜਗਦੇਵ ਸਿੰਘ ਕਮਾਲੂ ਹੁਣ ਕਾਂਗਰਸ ਦੇ ਵਿਧਾਇਕ ਬਣ ਚੁੱਕੇ ਨੇ। ਪਹਿਲਾਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੇ ਸੀ ਪਰ ਪਿਛਲੇ ਦਿਨੀ ਇਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ। ਬਠਿੰਡਾ ਦੇ ਲੰਬੀ ਵਿੱਚ ਕਿਸਾਨਾਂ ਨੇ ਨਹਿਰੀ ਪਾਣੀ ਦੀ ਘਾਟ ਕਰਕੇ ਸੜਕ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ। ਕਿਸਾਨਾਂ ਨੇ ਲੰਬੀ ਦੇ ਵਿੱਚ ਦਿੱਲੀ ਤੋਂ ਗੰਗਾਨਗਰ ਨੂੰ ਜਾਣ ਵਾਲੇ ਨੈਸ਼ਨਲ ਹਾਈਵੇ ਤੇ ਜਾਮ ਲਾ ਦਿੱਤਾ। ਕਿਸਾਨਾਂ ਨੇ ਨਹਿਰੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਇਲਜ਼ਾਮ ਲਾਇਆ ਕਿ ਫਸਲਾਂ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ। ਪੰਜਾਬ ਦੇ ਵਿੱਚ ਸੋਮਵਾਰ ਤੋਂ 10ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਸਰਕਾਰੀ ਤੇ ਗੈਰ ਸਰਕਾਰੀ ਖੁੱਲ ਗਏ ਨੇ। 10ਵੀਂ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਹੁਣ ਸਕੂਲਾਂ ਦੇ ਵਿੱਚ ਜਾ ਸਕਦੇ ਨੇ ਪਰ ਸਿੱਖਿਆ ਵਿਭਾਗ ਨੇ ਸਕੂਲ ਤਾਂ ਖੋਲ ਦਿੱਤੇ ਪਰ ਸਰਕਾਰ ਦੀਆਂ ਹਦਾਇਤਾਂ ਨੂੰ ਟਿੱਚ ਨਹੀਂ ਜਾਣਿਆ। ਬੱਚਿਆਂ ਦੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ। ਪੰਜਾਬ ਸਰਕਾਰ ਦੇ ਵੱਲੋਂ ਸਕੂਲ ਖੋਲਣ ਵੇਲੇ ਹੁਕਮ ਜਾਰੀ ਕੀਤੇ ਗਏ ਸੀ ਕਿ ਸਿਰਫ ਉਹੀ ਅਧਿਆਪਕ ਸਕੂਲਾਂ ਵਿੱਚ ਜਾ ਸਕਣਗੇ ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ਼ਸ ਲਈਆਂ ਹੋਣਗੀਆਂ। ਪਰ ਅੰਕੜੇ ਦੱਸਦੇ ਨੇ ਕਿ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਸਿਰਫ ਇੱਕ ਡੋਜ਼ ਹੀ ਲਗਵਾਈ ਹੈ। ਸਿੱਖਿਆ ਵਿਭਾਗ ਦੀ ਅਲਗਰਜ਼ੀ ਇੱਥੋਂ ਤੱਕ ਸਾਹਮਣੇ ਆਈ ਹੈ ਕਿ ਅਧਿਆਪਕਾਂ ਨੂੰ ਫੈਸਲੇ ਦੀ ਸੂਚਨਾ ਵੀ ਨਹੀਂ ਦਿੱਤੀ ਗਈ। ਹਰ 2 ਡੋਜ਼ ਨਾਲ ਲਵਾਉਣ ਵਾਲੇ ਅਧਿਆਪਕ ਕਲਾਸਾਂ ਲੈਂਦੇ ਨੇ ਤਾਂ ਵਿਦਿਆਰਥੀਆਂ ਨੂੰ ਲਾਗ ਲੱਗਣ ਦਾ ਡਰ ਬਣਦਾ ਹੈ ਤਾਂ ਜ਼ਿੰਮੇਵਾਰ ਕੌਣ ਹੈ? ਸਰਕਾਰ ਨੇ ਇਹ ਵੀ ਫੈਸਲਾ ਕੀਤਾ ਸੀ ਕਿ ਸਕੂਲ ਆਉਣ ਵਾਲੇ ਬੱਚਿਆਂ ਦੇ ਮਾਪਿਆਂ ਤੋਂ ਅਗਾਊਂ ਇਜਾਜ਼ਤ ਮੰਗੀ ਜਾਵੇ ਪਰ ਅਜਿਹਾ ਵੀ ਨਹੀਂ ਕੀਤਾ ਗਿਆ। ਇਸ ਦੀ ਕੋਈ ਲੋੜ ਨਹੀਂ ਸਮਝੇਗੀ। ਜ਼ਿਆਦਾਤਰ ਵਿਦਿਆਰਥੀਆਂ ਤੋਂ ਇਹ ਜਾਣਕਾਰੀ ਸਾਨੂੰ ਮਿਲੀ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਪਿਛਲੇ 30 ਸਾਲਾਂ ਤੋਂ ਭੱਤਾ ਹੀ ਨਹੀਂ ਵਧਿਆ। ਸਰਕਾਰ ਦੇ ਵੱਲੋਂ 1 ਨਵੰਬਰ 1991 ਨੂੰ ਪੁਲਿਸ ਮੁਲਾਜ਼ਮਾਂ ਲਈ 100 ਰੁਪਏ ਮਹੀਨੇ ਖੁਰਾਕ ਭੱਤਾ ਮੁਕਰਰ ਕੀਤਾ ਗਿਆ ਸੀ। ਹੁਣ ਮਹਿੰਗਾਈ ਜਦੋਂ ਕਈ ਗੁਣਾ ਵੱਧ ਗਈ ਹੈ ਤਾਂ ਇਹਨਾਂ ਨੂੰ 3 ਰੁਪਏ 33 ਪੈਸੇ ਵਿੱਚ ਇੱਕ ਡੰਗ ਦੀ ਰੋਟੀ ਖਾਣ ਲਈ ਕਿਹਾ ਜਾ ਰਿਹਾ ਹੈ। ਵਰਦੀ ਭੱਤਾ ਵੀ 3 ਦਹਾਕਿਆਂ ਤੋਂ 1103 ਰੁਪਏ ਚੱਲਿਆ ਆ ਰਿਹਾ ਤੇ ਸਾਂਭ ਸੰਭਾਲ 50 ਰੁਪਏ ਮਹੀਨਾ ਦਿੱਤੀ ਜਾ ਰਹੀ ਹੈ। ਅਣਅਧਿਕਾਰਿਤ ਰਿਪੋਰਟਾਂ ਦੇ ਮੁਤਾਬਿਕ ਪੁਲਿਸ ਨੂੰ ਤੇਲ ਭੱਤੇ ਲਈ ਵੀ ਖਰਚੇ ਨਾਲੋਂ ਬਹੁਤ ਘੱਟ ਪੈਸੇ ਮਿਲਦੇ ਨੇ। ਜਿਹੀ ਹਾਲਤ ਦੇ ਵਿੱਚ ਪੁਲਿਸ ਮੁਲਾਜ਼ਮ ਮਜਬੂਰ ਹੋ ਜਾਂਦੇ ਨੇ ਵਗਾਰਾਂ ਪਾਉਣ ਲਈ ਜਾਂ ਫਿਰ ਆਲੇ ਦੁਆਲੇ ਹੱਥ ਪੱਲਾ ਮਾਰਨ ਦੇ ਲਈ। ਇਹ ਕਿਹਾ ਜਾਂਦਾ ਹੈ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਿ ਜੇ ਸਾਨੂੰ ਸਰਕਾਰ ਨਹੀਂ ਸਾਂਭਦੀ, ਚੰਗੀ ਤਰ੍ਹਾਂ ਭੱਤੇ ਨਹੀਂ ਦਿੰਦੀ ਤਾਂ ਹੀ ਅਸੀਂ ਵਗਾਰਾਂ ਪਾਉਨੇ ਹਾਂ। ਯਾਨੀ ਕਿ ਵਗਾਰਾਂ ਤਾਂ ਪਾਈਆਂ ਜਾਂਦੀਆਂ ਨੇ, ਇਸ ਤੋਂ ਹਰ ਕੋਈ ਜਾਣੂ ਹੈ।
ਤੇ ਇਹ ਵੀ ਇੱਕ ਤੱਥ ਹੈ ਕਿ ਪੁਲਿਸ ਉੱਤੇ ਸਰਕਾਰ ਤੱਕ ਆਪਣੀ ਆਵਾਜ਼ ਪੁੱਜਦੀ ਕਰਨ ਲਈ ਯੂਨੀਅਨ ਬਣਾਉਣ ਦਾ ਅਧਿਕਾਰ ਵੀ ਨਹੀਂ ਦਿੱਤਾ ਗਿਆ, ਯਾਨੀ ਕਿ ਪੁਲਿਸ ਵਾਲੇ ਕੋਈ ਵੀ ਯੂਨੀਅਨ ਨਹੀਂ ਬਣਾ ਸਕਦੇ। ਇਸ ਕਰਕੇ ਪੁਲਿਸ ਦੀ ਗਰੀਬੀ ਲੋਕਾਂ ਤੇ ਭਾਰੂ ਪੈ ਜਾਂਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਵਾਂ ਅਹੁਦਾ ਸਾਂਭਦਿਆਂ ਹੀ ਚਾਰੇ ਪਾਸੇ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜਪੋਸ਼ੀ ਸਮਾਗਮ ਦੇ ਵੇਲੇ ਕਿਸਾਨਾਂ ਨੂੰ ਪਿਆਸੇ ਤੇ ਆਪਣੇ ਆਪ ਨੂੰ ਖੂਹ ਦੱਸਣ ਵਾਲੇ ਸਿੱਧੂ ਨੂੰ ਕਿਸਾਨਾਂ ਨੇ ਹੁਣ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਤਾਂ ਸਿੱਧੂ ਨੂੰ ਪਿੰਡਾਂ ਵਿੱਚ ਨਾ ਵੜਨ ਦੀ ਚੇਤਾਵਨੀ ਦਿੱਤੀ ਹੈ। ਲੰਘੇ ਦਿਨੀ ਚਮਕੌਰ ਸਾਹਿਬ ਗਏ ਸੀ, ਪਰ ਕਿਸਾਨਾਂ ਦੇ ਆਮੋ ਸਾਹਮਣੇ ਵਿਰੋਧ ਤੋਂ ਉੱਥੇ ਤਾਂ ਬਚ ਗਏ। ਕਾਂਗਰਸ ਪਾਰਟੀ ਦੇ ਅੰਦਰੋਂ ਵੀ ਸਿੱਧੂ ਵਿਰੋਧੀ ਸੁਰਾਂ ਨੇ ਜਿਹੜੀਆਂ ਉਹ ਉੱਠ ਹੀ ਰਹੀਆਂ ਨੇ, ਹਲੇ ਥੰਮੀਆਂ ਨਹੀਂ ਨੇ। ਤੇ ਇਹ ਵੀ ਪਤਾ ਲੱਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਚਮਕੌਰ ਸਾਹਿਬ ਨੇੜੇ ਘੇਰਨ ਵਾਲੇ 94 ਕਿਸਾਨਾਂ ਦੇ ਖਿਲਾਫ ਪੁਲਿਸ ਦੇ ਕੋਲ ਸ਼ਿਕਾਇਤ ਵੀ ਦੇ ਦਿੱਤੀ ਗਈ ਹੈ। ਸਿੱਧੂ ਹੁਣ ਜਦੋਂ ਪਿੰਡਾਂ ਵਿੱਚ ਵੜਨ ਤੋਂ ਝਿਜਕਣ ਲੱਗੇ ਨੇ ਤਾਂ ਉਹਨਾਂ ਨੇ ਆਪਣੇ 4 ਵਰਕਿੰਗ ਪ੍ਰਧਾਨਾਂ ਦੇ ਨਾਲ ਬੈਠਕ ਕੀਤੀ। ਚੰਡੀਗੜ੍ਹ ਦੇ ਕਾਂਗਰਸ ਭਵਨ ਦੇ ਵਿੱਚ ਬੈਠਕ ਦੇ ਵਿੱਚ ਵਰਕਿੰਗ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਕੁਲਜੀਤ ਸਿੰਘ ਨਾਗਰਾ, ਪਵਨ ਗੋਇਲ ਤੇ ਸੁਖਵਿੰਦਰ ਸਿੰਘ ਡੈਨੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ। ਇਸੇ ਦਰਮਿਆਨ ਸੋਮਵਾਰ ਨੂੰ ਨਵਜੋਤ ਸਿੰਘ ਸਿੱਧੂ ਮੋਗਾ ਬੱਸ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਕਾਂਗਰਸੀ ਵਰਕਰਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਵੀ ਪਹੁੰਚੇ। ਪੰਜਾਬ ਦੇ ਪਿੰਡ ਘੁੱਦੂਵਾਲਾ, ਮਲਸੀਆਂ ਤੇ ਜ਼ੀਰਾ ਦੇ ਵਿੱਚ ਪਹੁੰਚੇ ਤੇ ਪਰਿਵਾਰਾਂ ਨੂੰ ਦਿਲਾਸਾ ਦਿੱਤਾ। ਮੋਗਾ ਤੇ ਲੁਧਿਆਣਾ ਦੇ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਜ਼ਖਮੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਪੁੱਛਗਿੱਛ ਕੀਤੀ। ਸਿੱਧੂ ਦੇ ਨਾਲ ਕਈ ਕਾਂਗਰਸੀ ਵਿਧਾਇਕ ਅਤੇ ਮੰਤਰੀ ਵੀ ਮੌਜੂਦ ਸਨ। ਸਿੱਧੂ ਤੋਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੀ ਬੱਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਤੇ ਇੱਥੇ ਪਹੁੰਚੇ ਸਿੱਧੂ ਦਾ ਬਿਜਲੀ ਕਰਮਚਾਰੀਆਂ ਨੇ ਜ਼ਬਰਦਸਤ ਵਿਰੋਧ ਕੀਤਾ। ਬਲਵੀਰ ਸਿੰਘ ਸਿੱਧੂ ਦਾ ਸਿਹਤ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਗਏ। ਬਲਵੀਰ ਸਿੰਘ ਸਿੱਧੂ ਜਦੋਂ ਇੱਥੇ ਹਸਪਤਾਲ ਦੇ ਵਿੱਚ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਪਹੁੰਚੇ ਸੀ ਤਾਂ ਬਿਜਲੀ ਕਰਮਚਾਰੀਆਂ ਨੇ ਉਹਨਾਂ ਨੂੰ ਹਸਪਤਾਲ ਦੇ ਅੰਦਰ ਵੀ ਨਹੀਂ ਜਾਣ ਦਿੱਤਾ। ਹਾਲਾਂਕਿ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਉਚੇਚੇ ਤੌਰ ਤੇ ਇਹਨਾਂ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਲਈ ਭੇਜਿਆ ਹੈ ਤੇ ਇਹਨਾਂ ਦਾ ਸਾਰਿਆਂ ਦਾ ਇਲਾਜ ਮੁਫਤ ਕੀਤਾ ਜਾਏਗਾ। ਤੇ ਉਧਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਨ ਤੋਂ ਬਾਅਦ ਜਦੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਧਾਈ ਭੇਜੀ ਤਾਂ ਸਿੱਧੂ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਵੀ ਆ ਗਏ ਨੇ। ਸੋਸ਼ਲ ਮੀਡੀਆ ਤੇ ਪਾਕਿਸਤਾਨ ਦੀ ਕਮੇਟੀ ਵੱਲੋਂ ਸਿੱਧੂ ਨੂੰ ਵਧਾਈ ਭੇਜੀ ਗਈ ਹੈ ਤੇ ਨਾਲ ਹੀ ਪਾਕਿਸਤਾਨ ਆਉਣ ਦਾ ਸੱਦਾ ਵੀ ਦਿੱਤਾ ਗਿਆ ਹੈ। ਇਸ ਮੌਕੇ ਪਾਕਿਸਤਾਨ ਕਮੇਟੀ ਨੇ ਸਿੱਧੂ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁਲਵਾਉਣ ਦੇ ਲਈ ਯਤਨ ਕਰਨ ਦੀ ਅਪੀਲ ਵੀ ਕੀਤੀ ਹੈ। ਉਸ ਤੋਂ ਬਾਅਦ ਸਿੱਧੂ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਨਿਸ਼ਾਨੇ ਤੇ ਹਨ। ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਕਿ ਸਿੱਧੂ ਨੇ ਖੁਦ ਸਕ੍ਰਿਪਟ ਲਿਖੀ ਹੈ। ਲਾਂਘਾ ਖੋਲਣ ਦਾ ਫੈਸਲਾ ਕੇਂਦਰ ਸਰਕਾਰ ਲਵੇਗੀ। ਸਿੱਧੂ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ। ਇਹ ਦੋਵਾਂ ਦੇਸ਼ਾਂ ਦੇ ਵਿਚਾਲੇ ਇੱਕ ਮਸਲਾ ਹੈ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਕਿਹਾ ਕਿ ਪੀਐਸਜੀਪੀਸੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਕੋਈ ਵਿਅਕਤੀਗਤ ਮਾਮਲਾ ਨਹੀਂ ਹੈ ਬਲਕਿ ਦੋ ਦੇਸ਼ਾਂ ਦੇ ਵਿਚਕਾਰ ਦਾ ਮਾਮਲਾ ਹੈ। ਵਧਾਈਆਂ ਕਿਸੇ ਨੂੰ ਵੀ ਦਿੱਤੀਆਂ ਜਾ ਸਕਦੀਆਂ ਨੇ, ਪਰ ਪਿਛਲੇ ਦਿਨੀ ਲਾਂਘੇ ਦੇ ਮਾਮਲੇ ਵਿੱਚ ਸਿੱਧੂ ਦੀ ਕੋਈ ਭੂਮਿਕਾ ਨਹੀਂ ਸੀ, ਨਾ ਹੀ ਭਵਿੱਖ ਵਿੱਚ ਹੋ ਸਕਦੀ ਹੈ। ਹਾਲਾਂਕਿ ਦਲਜੀਤ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਲਾਂਘਾ ਖੋਲਣ ਦੀ ਮੰਗ ਵੀ ਕੀਤੀ। ਤੇ ਖਬਰ ਹੁਣ ਇਹ ਵੀ ਮਿਲ ਰਹੀ ਹੈ ਕਿ ਚਮਕੌਰ ਸਾਹਿਬ ਜਦੋਂ ਸਿੱਧੂ ਪਹੁੰਚੇ ਸੀ ਤਾਂ ਉਹਨਾਂ ਦਾ ਵਿਰੋਧ ਕਿਸਾਨਾਂ ਨੇ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਪਰਚੇ ਦਰਜ ਵੀ ਕਰਵਾ ਦਿੱਤੇ ਗਏ ਨੇ। ਪੁਲਿਸ ਨੇ ਪਰਚੇ ਦਰਜ ਕੀਤੇ ਨੇ ਕਈ ਕਿਸਾਨਾਂ ਤੇ। ਇਸ ਦੀ ਜਾਣਕਾਰੀ ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਰੁੜਕੀ ਹੀਰਾ ਨੇ ਦਿੱਤੀ ਹੈ। ਦੱਸਿਆ ਕਿ ਸਰਪੰਚ ਸਤਨਾਮ ਸਿੰਘ ਸੋਹੀ ਪਿੰਡ ਬਹਿਰਾਮਪੁਰ ਜ਼ਿਮੀਂਦਾਰਾਂ ਸਮੇਤ 40 ਤੋਂ 45 ਅਣਪਛਾਤੇ ਨਾਵਾਂ ਤੇ ਧਾਰਾ 283, 341, 323, 148 ਤੇ 149 ਦੇ ਅਧੀਨ ਚਮਕੌਰ ਸਾਹਿਬ ਦੇ ਥਾਣੇ ਵਿੱਚ ਮੁਕੱਦਮੇ ਦਰਜ ਕੀਤੇ ਗਏ ਨੇ। ਤੇ ਕਿਸਾਨ ਲੀਡਰਾਂ ਨੇ ਕਿਹਾ ਕਿ ਅਜਿਹੀ ਕਾਰਵਾਈ ਤੋਂ ਬਾਅਦ ਕਾਂਗਰਸ ਪਾਰਟੀ ਦਾ ਵੀ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ। ਤੇ ਚਮਕੌਰ ਸਾਹਿਬ ਦੇ ਵਿੱਚ ਜਿਹੜੇ ਕਿਸਾਨਾਂ ਖਿਲਾਫ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਰੋਪੜ ਦੇ ਵਿੱਚ ਕਿਸਾਨਾਂ ਨੇ ਸੋਖਲੀਆਂ ਟੋਲ ਪਲਾਜ਼ਾ ਤੇ ਪ੍ਰਦਰਸ਼ਨ ਕੀਤਾ। ਐਸਪੀ ਨੇ ਮੌਕੇ ਤੇ ਪਹੁੰਚ ਕੇ ਪਰਚੇ ਰੱਦ ਕਰਨ ਦਾ ਭਰੋਸਾ ਦਿਵਾਇਆ ਤੇ ਕਿਸਾਨਾਂ ਨੇ ਪੁਲਿਸ ਨੂੰ 1 ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਕਿਸਾਨਾਂ ਨੇ ਕਿਹਾ ਜੇ ਪਰਚੇ ਰੱਦ ਨਾ ਹੋਏ ਤਾਂ ਥਾਣੇ ਦਾ ਘਿਰਾਓ ਕਰਾਂਗੇ। ਕਿਸਾਨਾਂ ਨੇ ਕਿਹਾ ਕਿ ਜਿੰਨਾ ਚਿਰ ਦਿੱਲੀ ਮੋਰਚਿਆਂ ਤੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਦੋਂ ਤੱਕ ਸਿਆਸੀ ਪਾਰਟੀਆਂ ਆਪਣੀਆਂ ਰੈਲੀਆਂ ਕਰਨ ਤੋਂ ਗੁਰੇਜ਼ ਕਰਨ। ਅਸੀਂ ਝੂਠੇ ਪਰਚੇ ਬਰਦਾਸ਼ਤ ਨਹੀਂ ਕਰਾਂਗੇ। ਸੋ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਨ ਤੇ 45 ਕਿਸਾਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਗਏ ਨੇ। ਕਾਂਗਰਸ ਦੇ ਲੀਡਰ ਮਨੀਸ਼ ਤਿਵਾੜੀ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ ਲੋਕ ਸਭਾ ਦੀਆਂ ਸੀਟਾਂ 1000 ਤੱਕ ਕਰਨ ਦੀ ਯੋਜਨਾ ਬਣਾ ਰਹੀ ਹੈ। ਤਿਵਾੜੀ ਨੇ ਦਾਅਵਾ ਕੀਤਾ ਕਿ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ 2024 ਤੱਕ 1000 ਕਰ ਸਕਦੀ ਹੈ। ਮੋਦੀ ਸਰਕਾਰ ਤੇ ਇਸ ਦੇ ਲਈ ਤਿਵਾੜੀ ਨੇ ਲੋਕਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਦੀ ਮੰਗ ਕੀਤੀ ਹੈ। ਟਵੀਟ ਕਰਦਿਆਂ ਤਿਵਾੜੀ ਨੇ ਲਿਖਿਆ ਕਿ ਮੈਨੂੰ ਆਪਣੇ ਭਰੋਸੇਮੰਦ ਬੀਜੇਪੀ ਦੇ ਸੰਸਦ ਮੈਂਬਰਾਂ ਤੋਂ ਜਾਣਕਾਰੀ ਮਿਲੀ ਹੈ ਕਿ 2024 ਤੱਕ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ 1000 ਜਾਂ ਇਸ ਤੋਂ ਵੀ ਵੱਧ ਕਰਨ ਦਾ ਪ੍ਰਪੋਜ਼ਲ ਹੈ।
ਨਵਾਂ ਸੰਸਦੀ ਚੈਂਬਰ 1000 ਸੀਟਾਂ ਵਾਲਾ ਬਣਾਇਆ ਜਾ ਰਿਹਾ ਹੈ। ਅਜਿਹਾ ਕਰਨ ਤੋਂ ਪਹਿਲਾਂ ਲੋਕਾਂ ਤੋਂ ਸਲਾਹ ਮਸ਼ਵਰਾ ਲੈਣਾ ਚਾਹੀਦਾ ਹੈ। ਸੋ ਹੁਣ ਜੇ ਦੇਖ ਲਈਏ ਤਾਂ ਲੋਕ ਸਭਾ ਦੇ ਵਿੱਚ 552 ਲੋਕ ਸਭਾ ਸੀਟਾਂ ਹੈਗੀਆਂ ਨੇ ਤੇ ਇਹਨਾਂ ਨੂੰ ਡਬਲ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ। ਇਸ ਦੇ ਪਿੱਛੇ ਕੀ ਮਨਸ਼ਾ ਹੈ, ਕੀ ਤਰਕ ਹੈ, ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖੇਤਰੀ ਸਿਆਸੀ ਪਾਰਟੀਆਂ ਨੂੰ ਇਕੱਠੇ ਹੋ ਕੇ ਇੱਕ ਨੈਸ਼ਨਲ ਫਰੰਟ ਕਾਇਮ ਕਰਨਾ ਚਾਹੀਦਾ ਹੈ ਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਦੇ ਮੁਕਾਬਲੇ ਇੱਕ ਕੌਮੀ ਮੋਰਚਾ ਬਣਾਉਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਬੀਜੇਪੀ ਦੇ ਨਾਲ ਸਾਡੀ ਪਾਰਟੀ ਦੀ ਕਹਾਣੀ ਹੁਣ ਖਤਮ ਹੋ ਗਈ ਹੈ। ਸੁਖਬੀਰ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਦੇ ਮੂਲ ਵਿੱਚ ਹਨ ਤੇ ਸਾਡੀ ਪਾਰਟੀ ਇਹਨਾਂ ਤੇ ਕਦੇ ਸਮਝੌਤਾ ਨਹੀਂ ਕਰ ਸਕਦੀ। ਇਸੇ ਕਰਕੇ ਹੀ ਅਸੀਂ 3 ਦਹਾਕੇ ਪੁਰਾਣਾ ਬੀਜੇਪੀ ਦੇ ਨਾਲ ਗੱਠਜੋੜ ਹੈ ਜਿਹੜਾ ਉਹ ਤੋੜ ਦਿੱਤਾ ਤੇ ਕੇਂਦਰ ਸਰਕਾਰ ਚੋਂ ਵੀ ਅਸੀਂ ਬਾਹਰ ਆ ਗਏ ਹਾਂ। ਰੋਡਵੇਜ਼ ਦੇ ਕਾਮਿਆਂ ਨੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਮੁਜ਼ਾਹਰੇ ਕੀਤੇ। ਜਲੰਧਰ ਦੇ ਵਿੱਚ ਪੰਜਾਬ ਰੋਡਵੇਜ਼ ਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮ ਦੇ ਮੁਤਾਬਿਕ ਸਾਰੇ ਬੱਸ ਸਟੈਂਡ 2 ਘੰਟਿਆਂ ਦੇ ਲਈ ਬੰਦ ਕੀਤੇ ਗਏ ਤੇ ਜਲੰਧਰ ਦੇ ਵਿੱਚ ਵੀ ਰੋਸ ਮੁਜ਼ਾਹਰਾ ਕੀਤਾ ਗਿਆ। 3 ਤੇ 4 ਅਗਸਤ ਨੂੰ 4 ਘੰਟੇ ਬੱਸ ਸਟੈਂਡ ਬੰਦ ਕਰਕੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਹਨਾਂ ਮੁਲਾਜ਼ਮਾਂ ਦਾ ਰੋਸ ਇੰਨਾ ਹੀ ਹੈ ਕਿ ਕੈਪਟਨ ਸਰਕਾਰ ਨੇ 4.5 ਸਾਲ ਬੀਤ ਜਾਣ ਤੇ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ। ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਉਦੋਂ ਤੱਕ ਸਰਕਾਰ ਨੇ ਹੱਲ ਨਾ ਕੱਢਿਆ 3 ਤੇ 4 ਅਗਸਤ ਤੱਕ ਤਾਂ ਉਸ ਤੋਂ ਬਾਅਦ 9, 10 ਤੇ 11 ਅਗਸਤ ਨੂੰ 3 ਦਿਨਾਂ ਦੀ ਹੜਤਾਲ ਕਰਕੇ ਕੈਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਮੂਹਰੇ ਅਸੀਂ ਪ੍ਰਦਰਸ਼ਨ ਕਰਾਂਗੇ। ਪੰਜਾਬ ਦੇ ਵਿੱਚ 63% ਲੋਕਾਂ ਦੇ ਵਿੱਚ ਕੋਵਿਡ ਦੀ ਦੂਸਰੀ ਲਹਿਰ ਤੋਂ ਬਾਅਦ ਕਰੋਨਾ ਦੇ ਖਿਲਾਫ ਐਂਟੀਬਾਡੀਜ਼ ਬਣੇ ਨੇ ਜਿਹੜੇ ਕਿ ਕਰੋਨਾ ਦੇ ਨਾਲ ਲੜਨ ਦੇ ਵਿੱਚ ਸਹਾਈ ਹੁੰਦੇ ਨੇ। ਦ ਟ੍ਰਿਬਿਊਨ ਦੀ ਖਬਰ ਦੇ ਮੁਤਾਬਿਕ ਇਹ ਤੱਥ ਚੌਥੇ ਸੀਰੋ ਸਰਵੇ ਦੇ ਵਿੱਚ ਸਾਹਮਣੇ ਆਏ ਨੇ ਜੋ ICMR ਯਾਨੀ ਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਵੱਲੋਂ ਕਰਵਾਇਆ ਗਿਆ ਹੈ। ਇਹ ਜਿਹੜਾ ਸਰਵੇ ਹੈ ਪਿਛਲੇ ਮਹੀਨੇ 1585 ਲੋਕਾਂ ਤੇ ਕੀਤਾ ਗਿਆ ਸੀ। ਪੰਜਾਬ ਦੇ 4 ਜ਼ਿਲ੍ਹਿਆਂ ਗੁਰਦਾਸਪੁਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਦੇ ਵਿੱਚ ਐਂਟੀਬਾਡੀਜ਼ ਦੇ ਮਾਮਲੇ ਵਿੱਚ ਲੁਧਿਆਣਾ ਸਭ ਤੋਂ ਉੱਤੇ 71% ਰਿਹਾ ਹੈ ਤੇ ਸਭ ਤੋਂ ਥੱਲੇ ਪਟਿਆਲਾ ਰਿਹਾ ਹੈ। ਦਿੱਲੀ ਤੋਂ ਖਬਰ ਹੈ ਜਿੱਥੇ ਦਿੱਲੀ ਦੀ ਇੱਕ ਅਦਾਲਤ ਨੇ DSGMC ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਖੰਭ ਲਾ ਦਿੱਤੇ ਨੇ। ਬਾਦਲਾਂ ਦੇ ਲਾਡਲੇ ਸਿਰਸਾ ਦੇ ਖਿਲਾਫ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਲੁੱਕ ਆਊਟ ਸਰਕੂਲਰ ਖੋਲ ਦਿੱਤਾ ਹੈ। ਹੁਣ ਸਿਰਸਾ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ ਯਾਨੀ ਕਿ ਉਹਨਾਂ ਦੇ ਖੰਭ ਲਾ ਦਿੱਤੇ ਗਏ ਨੇ। ਦੇਸ਼ ਭਰ ਦੇ ਹਵਾਈ ਅੱਡਿਆਂ ਨੂੰ ਸਿਰਸਾ ਨੂੰ ਰੋਕਣ ਦੇ ਹੁਕਮ ਦੇ ਦਿੱਤੇ ਗਏ ਨੇ। ਦੇਸ਼ ਦੇ ਕਿਸੇ ਵੀ ਇਮੀਗ੍ਰੇਸ਼ਨ ਸੈਂਟਰ ਤੋਂ ਸਿਰਸਾ ਨੂੰ ਉਡਾਣ ਭਰਨ ਦੀ ਕਲੀਅਰੈਂਸ ਨਹੀਂ ਮਿਲੇਗੀ। ਕੇਸ ਦੀ ਸੁਣਵਾਈ ਡਾਕਟਰ ਪੰਕਜ ਸ਼ਰਮਾ ਦੀ ਅਦਾਲਤ ਦੇ ਵਿੱਚ ਹੋਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਫੌਜ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਕਾਰਗਿਲ ਜੰਗ ਦੀ 22ਵੀਂ ਵਰ੍ਹੇਗੰਢ ਦੇ ਮੌਕੇ ਮੁੱਖ ਮੰਤਰੀ ਨੇ ਬੋਗਨਵਿਲੀਆ ਗਾਰਡਨ ਦੇ ਵਿੱਚ ਸਥਿਤ ਜੰਗੀ ਯਾਦਗਾਰ ਵਿੱਚ ਫੁੱਲ ਮਾਲਾ ਭੇਂਟ ਕੀਤੀ ਤੇ ਕਾਰਗਿਲ ਜੰਗ ਦੌਰਾਨ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਪੰਜਾਬ ਦੇ 54 ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਆਸਟ੍ਰੇਲੀਆ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਜਿਹੜੇ ਖਿਡਾਰੀ ਦਿਲਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਦੇ ਹੱਥੋਂ ਭਾਰਤ ਦੀ 7 ਗੋਲਾਂ ਦੇ ਮੁਕਾਬਲੇ 1 ਗੋਲ ਨਾਲ ਹੋਈ ਨਿਰਾਸ਼ਾਜਨਕ ਹਾਰ ਦੇ ਵਿੱਚ ਸਬਕ ਸਿੱਖਣ ਦੇ ਲਈ ਸਾਨੂੰ ਬਹੁਤ ਮਿਹਨਤ ਕਰਨੀ ਪਵੇਗੀ। ਦਿਲਪ੍ਰੀਤ ਨੇ ਕਿਹਾ ਕਿ ਟੀਮ ਦੇ ਹਾਰਨ ਦੀ ਮੁੱਖ ਵਜ੍ਹਾ ਇਸ ਦੀਆਂ ਗਲਤੀਆਂ ਨੇ, ਨਾ ਕਿ ਕੋਈ ਖਿਡਾਰੀ। ਉਹਨਾਂ ਕਿਹਾ ਕਿ ਅਸੀਂ ਇੱਕ ਵੱਡਾ ਸਬਕ ਸਿੱਖਿਆ ਤੇ ਸਾਡੇ ਕੋਲ ਵਾਪਸੀ ਕਰਨ ਦੇ ਕਈ ਮੌਕੇ ਨੇ। ਮੈਚ ਬਾਰੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਜਾਂ ਕੁਝ ਹੋਰ ਹੋਇਆ। ਅਸੀਂ ਮੈਚ ਦੀਆਂ ਵੀਡੀਓਜ਼ ਦੇਖਾਂਗੇ ਤਾਂ ਜੋ ਅਸੀਂ ਆਪਣੀਆਂ ਗਲਤੀਆਂ ਤੇ ਕੰਮ ਕਰ ਸਕੀਏ। ਸਾਨੂੰ ਫਿਨਿਸ਼ਿੰਗ ਅਤੇ ਸਟ੍ਰਾਈਕਿੰਗ ਤੇ ਮਿਹਨਤ ਕਰਨ ਦੀ ਲੋੜ ਹੈ। ਦਿਲਪ੍ਰੀਤ ਨੇ ਕਿਹਾ ਕਿ 3 ਮੈਚ ਹਲੇ ਹੋਰ ਰਹਿੰਦੇ ਨੇ ਤੇ ਸਾਨੂੰ ਪਤਾ ਹੈ ਕਿ ਕੁਆਟਰ ਫਾਈਨਲ ਦੇ ਵਿੱਚ ਪਹੁੰਚਣ ਲਈ ਸਾਨੂੰ 9 ਪੁਆਇੰਟ ਹੋਰ ਚਾਹੀਦੇ ਨੇ ਤੇ ਅਸੀਂ ਪੂਰੀ ਮਿਹਨਤ ਕਰਾਂਗੇ। ਸਾਡੀ ਟੀਮ ਨਿਰਾਸ਼ ਜ਼ਰੂਰ ਹੋਈ ਹੈ ਪਰ ਅਸੀਂ ਟੀਮ ਦਾ ਮਨੋਬਲ ਫਿਰ ਤੋਂ ਵਧਾ ਰਹੇ ਹਾਂ। ਪੰਜਾਬ ਦੀਆਂ ਖਬਰਾਂ ਦੇ ਵਿੱਚ ਜਾਂਦੇ ਜਾਂਦੇ ਇੱਕ ਹੋਰ ਅਹਿਮ ਖਬਰ ਤੁਹਾਨੂੰ ਦੱਸ ਦਈਏ। ਸੰਯੁਕਤ ਕਿਸਾਨ ਮੋਰਚੇ ਨੇ ਅਹਿਮ ਐਲਾਨ ਕੀਤੇ ਨੇ। ਯੂਪੀ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ ਕਰਦਿਆਂ ਪ੍ਰੈਸ ਕਾਨਫਰੰਸ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਦਿੱਲੀ ਦੇ ਵਾਂਗ ਅਸੀਂ ਲਖਨਊ ਨੂੰ ਵੀ ਘੇਰਾਂਗੇ। ਕਿਸਾਨ ਲੀਡਰ ਟਿਕੈਤ ਨੇ ਕਿਹਾ ਕਿ ਲਖਨਊ ਨੂੰ ਵੀ ਦਿੱਲੀ ਵਾਂਗ ਘੇਰਨ ਦੀ ਅਸੀਂ ਤਿਆਰੀ ਕਰ ਲਈ ਹੈ ਤਾਂ ਕਿ ਸਰਕਾਰ ਸਹੀ ਤਰੀਕੇ ਦੇ ਨਾਲ ਕੰਮ ਕਰੇ। ਕਿਸਾਨ ਅੰਦੋਲਨ 8 ਮਹੀਨੇ ਪੂਰੇ ਕਰ ਚੁੱਕਿਆ। ਇਸ ਨੂੰ ਹੋਰ ਅਸਰਦਾਰ ਬਣਾਉਣ ਦੇ ਲਈ ਅਸੀਂ ਯੂਪੀ ਮਿਸ਼ਨ ਹੈ ਜਿਹੜਾ ਉਹ ਸ਼ੁਰੂ
ਕਰਨ ਦਾ ਐਲਾਨ ਕੀਤਾ ਹੈ। यूपी ਦੇ ਨਾਲ-ਨਾਲ उत्तराखंड मिशन ਦਾ ਵੀ ਐਲਾਨ ਕਿਸਾਨਾਂ ਨੇ ਕਰ ਦਿੱਤਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਸਾਨੂੰ स्वामी सहजानंद सरस्वती चौधरी चरण सिंह ਤੇ ਮਹਿੰਦਰ ਸਿੰਘ ਟਿਕੈਤ ਦੀ ਜਿਹੜੀ ਦਿੱਤੀ ਸਾਨੂੰ ਜ਼ਿੰਮੇਵਾਰੀ ਸੀ ਉਸ ਦਾ ਪਤਾ ਹੈ ਤੇ ਅਸੀਂ ਹੁਣ ਖੇਤੀਬਾੜੀ ਨੂੰ ਕਾਰਪੋਰੇਟ ਅਤੇ ਉਹਨਾਂ ਦੇ ਸਿਆਸੀ ਦਲਾਲਾਂ ਤੋਂ ਬਚਾਉਣਾ ਹੈ। ਮਿਸ਼ਨ ਦੇ ਪ੍ਰੋਗਰਾਮ ਦੇ ਤਹਿਤ ਮੁਜ਼ੱਫਰਨਗਰ ਦੇ ਵਿੱਚ 5 ਸਤੰਬਰ ਨੂੰ ਦੇਸ਼ ਭਰ ਦੇ ਕਿਸਾਨਾਂ ਦੀ ਇਤਿਹਾਸਿਕ ਮਹਾਪੰਚਾਇਤ ਕੀਤੀ ਜਾਏਗੀ। ਸਾਰੇ ਮੰਡਲ ਹੈੱਡਕੁਆਟਰਾਂ ਤੇ ਮਹਾਪੰਚਾਇਤਾਂ ਕਰਵਾਈਆਂ ਜਾਣਗੀਆਂ। ਡਿਵੀਜ਼ਨ ਆਧਾਰਿਤ ਕਿਸਾਨ ਕਨਵੈਨਸ਼ਨ ਅਤੇ ਜ਼ਿਲ੍ਹਾ ਪੱਧਰ ਦੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਤੋਂ। ਸਭ ਤੋਂ ਪਹਿਲੀ ਖਬਰ ਕਰਨਾਟਕਾ ਤੋਂ ਹੈ, ਜਿੱਥੋਂ ਦੇ ਮੁੱਖ ਮੰਤਰੀ येदियुरप्पा ने आखिरकार अस्तीफा दे दिता है। BS येदियुरप्पा ने आज कर्नाटका के मुख्य मंत्री के अहुदे तो अस्तीफा राज्यपाल थावरचंद गहलोत नूं सौंप दिता। राज्यपाल ने मुख्य मंत्री का अस्तीफा स्वीकार कर लिया। नवे मुख्य मंत्री के नाम का ऐलान हुण बीजेपी के वल्लों अगले 2-3 दिनों के विच ही कर दिता जाएगा। उदों तक येदियुरप्पा कार्यकारी मुख्य मंत्री वजों काम करते रहेंगे। अस्तीफा देने तो कुछ घंटे पहला येदियुरप्पा ने इसका ऐलान किया। 78 साल के बीजेपी के लीडर ने विधान सभा दे विच कहा कि मैं दोपहर के खाने तो बाद राज्यपाल नूं अपना अस्तीफा सौंप देंगा। येदियुरप्पा जदों इसका ऐलान कर रहे सी तां उन्हां दा गच भी भर आया सी। कहंदे मेरी गल नूं एवें ना समझिओ, तुहाडी आग्या दे नाल ही मैं फैसला लिया है। मैं दोपहर के खाने तो बाद राज भवन जावांगा, मुख्यमंत्री के अहुदे तो अस्तीफा राज्यपाल नूं सौंपांगा। नाल ही BS येदियुरप्पा ने यह भी कहा कि मैं उदासी करके नहीं बल्कि खुशी नाल कर रहा हाँ। हालांकि जिहड़ियां विरोधी पार्टियां ने वो जरूर निशाने ला रही ने कि जदों बीजेपी नूं किसी भी लीडर की लोड़ नहीं रह जाती तो उस तो अस्तीफा लै लिया जाता है। हालांकि पिछले दिनी येदियुरप्पा ने यह भी कहा सी कि पार्टी की रवायत है कि 70 साल तो बाद पार्टी का कोई भी अहम अहुदा लीडरां नूं नहीं दिता जाता। मैं तो 78 साल का हो गया तो मैनूं लगदा कि मैनूं हुणे अहुदा छड्ड देना चाहिए। सो येदियुरप्पा दीयां गल्लां तो तां लगदा है कि अस्तीफा दिता नहीं गया, अस्तीफा उन्हां तों लिया गया है। ਪੈਗਾਸਸ ਜਾਸੂਸੀ ਦੇ ਮਾਮਲੇ ਤੇ ਵਿਰੋਧੀ ਧਿਰ ਦੇ ਲੀਡਰਾਂ ਦੀ ਦਿੱਲੀ ਦੇ ਵਿੱਚ ਬੈਠਕ ਹੋਈ ਹੈ। ਸੰਸਦ ਦੇ ਵਿੱਚ ਚਰਚਾ ਕਰਨ ਦੀ ਮੰਗ ਕੀਤੀ ਗਈ ਹੈ। ਸੰਸਦ ਦੇ ਦੋਵੇਂ ਸਦਨਾਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੁਜ਼ਾਹਰੇ ਹੀ ਚੱਲ ਰਹੇ ਨੇ। ਇਸੇ ਦਰਮਿਆਨ ਮੁੱਖ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਅੱਜ ਬੈਠਕ ਕੀਤੀ। ਜਾਸੂਸੀ ਮਾਮਲੇ ਦੇ ਉੱਤੇ ਗੱਲਬਾਤ ਕਰਦਿਆਂ ਜ਼ੋਰ ਦਿੱਤਾ ਕਿ ਇਸ ਮਾਮਲੇ ਤੇ ਸੰਸਦ ਦੇ ਵਿੱਚ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਮਲਿਕਾਰਜੁਨ ਖੜਗੇ ਨੇ ਰਾਜ ਸਭਾ ਦੇ ਚੇਅਰਮੈਨ M ਵੈਂਕਈਆ ਨਾਇਡੂ ਨੂੰ ਪੈਗਾਸਸ ਮੁੱਦੇ ਤੇ ਕਾਰਵਾਈ ਮੁਲਤਵੀ नोटिस दिता ते कहा कि प्रश्न काल, सिफर काल ते होर कामकाज मुअत्तल किए जाने चाहिए ने। प्रधानमंत्री नरेंद्र मोदी जां गृह मंत्री अमित शाह की मौजूदगी दे विच पैगासस के मुद्दे ते गलबात होनी चाहिए है। खड़गे के चैंबर दे विच कई विरोधी पार्टियां के लीडरां ने इस मुद्दे ते गंभीरता दे नाल चर्चा की। कांग्रेस तो बिना समाजवादी पार्टी के राम गोपाल यादव, RJD के मनोज झा ते राष्ट्रवादी कांग्रेस पार्टी की सुप्रिया सुले दे समेत आम आदमी पार्टी के सुशील गुप्ता ते होर लीडर भी मौजूद सन। इस मसले ते पश्चिमी बंगाल की मुख्यमंत्री ममता बनर्जी ने कहा है कि इजराइल के स्पाईवेयर पैगासस दे राही सियासतदानां, अधिकारियों ते पत्रकारां दी जासूसी करवाए जाण दे दोषां दी जांच होनी चाहिए है ते इन्हां दोषां दी जांच करन दे लई ममता बनर्जी दी सरकार ने 2 मैंबरी जांच कमिशन भी कायम कर दिता है। पैनल कायम करने का फैसला मुख्यमंत्री की प्रधानगी दे विच होई कैबिनेट बैठक की विशेष बैठक दे विच कीता गया। पैनल के मैंबर सेवा मुक्त जज लाए गए ने। ममता बनर्जी ने कहा, असीं सोचिया सी कि फोन हैकिंग की जांच लई केंद्र जांच कमिशन कायम करेगा जां अदालत की निगरानी दे विच जांच के आदेश दिते जाणगे, पर मोदी सरकार कुछ नहीं कर सकी। इसलिए असीं जांच कमिशन दे नाल इस मामले की जांच करने का फैसला लिया है। सो हुण इस मामले की जांच TMC लीडर जिहड़े ने उन्हां दी अगवाई दे विच कीती जावेगी। मुख्यमंत्री ने कहा कि पश्चिमी बंगाल के लोकां दे नाम भी उन्हां लोकां विच आए ने जिन्हां नूं पैगासस दे राही निशाना बनाया गया। केंद्र हर किसी की जासूसी करने की कोशिश कर रहा है ते कमिशन हुण फोन की गैर कानूनी हैकिंग नाल जुड़ी पूरी जानकारी का पता लाएगा। जम्मू कश्मीर के दौरे ते पहुंचे हुए राष्ट्रपति रामनाथ कोविंद अज जम्मू कश्मीर के बारामूला जिले दे विच डैगर जंगी यादगार पहुंचे ते कहा कि यह यादगार देश की रक्षा और सुरक्षा लई जाना वारन वाले फौजियों प्रति अथाह सन्मान का प्रतीक है। दरअसल अज कारगिल विजय दिवस है ते राष्ट्रपति ने इत्थे पहुंच के कारगिल के शहीदां नूं सलाम कीता। राष्ट्रपति ने डैगर जंगी यादगार ते किताब दे विच अपने संदेश दे विच कहा कि देश फौजियां ते 19वीं इन्फेंट्री डिवीजन के अधिकारियों नूं सलाम करदा है जो मूरले मुहाज ते सैनिक वजों उल्ट मौसमी स्थितियां विच साडीआं हद्दां दी रखिया करदे ने।
ਰਾਸ਼ਟਰਪਤੀ ਨੇ ਕਿਹਾ ਕਿ ਯਾਦਗਾਰ ਦੇਸ਼ ਦੀ ਰੱਖਿਆ ਤੇ ਸੁਰੱਖਿਆ ਲਈ ਜਾਨਾਂ ਵਾਰਨ ਵਾਲੇ ਸੈਨਿਕਾਂ ਪ੍ਰਤੀ ਸਨਮਾਨ ਦਾ ਪ੍ਰਤੀਕ ਹੈ। ਮੈਨੂੰ ਯਕੀਨ ਹੈ ਕਿ ਯਾਦਗਾਰ ਭਾਰਤ ਦੇ ਲੋਕਾਂ ਨੂੰ ਭਾਰਤੀ ਸੈਨਾ ਦੇ ਉੱਚੀਆਂ ਕੀਮਤਾਂ ਬਾਰੇ ਸਿੱਖਿਆ ਅਤੇ ਪ੍ਰੇਰਨਾ ਦੇਵੇਗੀ। ਖਰਾਬ ਮੌਸਮ ਕਰਕੇ ਰਾਸ਼ਟਰਪਤੀ ਦਾ ਜਿਹੜਾ ਦਰਾਸ ਦੌਰਾ ਉਹ ਵੀ ਰੱਦ ਕਰ ਦਿੱਤਾ ਗਿਆ ਤੇ ਕਾਰਗਿਲ ਵਿਜੈ ਦਿਵਸ ਦੀ 22ਵੀਂ ਵਰ੍ਹੇਗੰਢ ਦੇ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਕਿਹਾ ਕਿ ਫੌਜੀ ਜਵਾਨਾਂ ਦੀ ਬੇਮਿਸਾਲ ਬਹਾਦਰੀ ਤੇ ਕੁਰਬਾਨੀ ਸਦਕਾ ਹੀ ਭਾਰਤੀ ਤਿਰੰਗਾ ਕਾਰਗਿਲ ਦੀਆਂ ਉੱਚੀਆਂ ਚੋਟੀਆਂ ਤੇ ਮੁੜ ਲਹਿਰਾਇਆ ਸੀ। ਉਹਨਾਂ ਕਿਹਾ ਕਿ ਪੂਰਾ ਦੇਸ਼ ਸ਼ਹੀਦ ਜਵਾਨਾਂ ਦਾ ਕਰਜ਼ਈ ਹੈ ਤੇ ਉਹਨਾਂ ਦੀ ਸ਼ਹਾਦਤ ਮੂਰੇ ਸਿਰ ਝੁਕਾਉਂਦਾ ਹੈ ਤੇ ਇਹ ਵੀ ਇੱਕ ਜਿਹੜੀ ਹੈਗੀ ਹੈ ਆਪਾਂ ਕਹਿ ਸਕਦੇ ਹਾਂ ਦੁਖਦਾਈ ਸੱਚਾਈ ਹੈ ਕਿ ਦੇਸ਼ ਦੀ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਸੈਂਕੜੇ ਅਜਿਹੇ ਪਰਿਵਾਰ ਹੈਗੇ ਨੇ ਦੇਸ਼ ਵਿੱਚ ਜਿਨ੍ਹਾਂ ਦੀ ਸਰਕਾਰਾਂ ਸਾਰ ਨਹੀਂ ਲੈਂਦੀਆਂ। ਉਹਨਾਂ ਦੇ ਪਰਿਵਾਰ ਪਿੱਛੇ ਤੜਫਦੇ ਰਹਿੰਦੇ ਨੇ, ਆਪਣੀ ਜ਼ਿੰਦਗੀ ਬਹੁਤ ਹੀ ਗਰੀਬੀ ਦੇ ਵਿੱਚ ਹੰਡਾਉਂਦੇ ਨੇ, ਬਹੁਤ ਹੀ ਤੰਗੀ ਦੇ ਵਿੱਚ ਹੰਡਾਉਂਦੇ ਨੇ। ਅਜਿਹੀਆਂ ਕਈ ਕਹਾਣੀਆਂ ਸਾਡੇ ਸਾਹਮਣੇ ਆ ਚੁੱਕੀਆਂ ਨੇ। ਪਰ ਜਦੋਂ ਵਰ੍ਹੇਗੰਢ ਆਉਂਦੀ ਹੈ ਕਿਸੇ ਵੀ ਵਿਜੇ ਦਿਵਸ ਦੀ ਤਾਂ ਸਰਕਾਰਾਂ ਸਿਰਫ ਸਲਾਮ ਹੀ ਕਰਦੀਆਂ ਨੇ ਫੌਜੀਆਂ ਨੂੰ, ਉਹਨਾਂ ਦੇ ਪਰਿਵਾਰਾਂ ਦੀ ਬਾਤ ਨਹੀਂ ਪੁੱਛੀ ਜਾਂਦੀ ਜਿਹੜੇ ਆਪਣੇ ਪਰਿਵਾਰ ਦਾ ਜੀ ਗਵਾ ਚੁੱਕੇ ਨੇ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੀ ਦੁਨੀਆ ਤੋਂ। ਸਭ ਤੋਂ ਪਹਿਲੀ ਖਬਰ ਪਾਕਿਸਤਾਨ ਤੋਂ ਹੈ, ਜਿੱਥੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਇਮਰਾਨ ਖਾਨ ਦੀ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਨੇ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ POK ਵਿੱਚ ਹੋਈਆਂ ਚੋਣਾਂ ਵਿੱਚ ਇਕਲੌਤੀ ਵੱਡੀ ਪਾਰਟੀ ਦੇ ਵਜੋਂ ਉੱਭਰੀ ਹੈ ਤੇ ਉੱਥੇ ਹੁਣ ਇਮਰਾਨ ਖਾਨ ਦੀ ਪਾਰਟੀ ਦੀ ਹੀ ਸਰਕਾਰ ਬਣੇਗੀ। ਹਾਲਾਂਕਿ ਚੋਣਾਂ ਦੇ ਵਿੱਚ ਧਾਂਦਲੀ ਤੇ ਹਿੰਸਾ ਦੇ ਦੋਸ਼ ਵੀ ਲੱਗ ਰਹੇ ਨੇ। ਸਥਾਨਕ ਮੀਡੀਆ ਨੇ ਅਣਅਧਿਕਾਰਿਤ ਨਤੀਜਿਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ ਕਿ ਇੱਥੇ ਧਾਂਦਲੀ ਤੇ ਹਿੰਸਾ ਵੀ ਹੋਈ ਹੈ। ਅਧਿਕਾਰਿਤ ਰੇਡੀਓ ਪਾਕਿਸਤਾਨ ਖਬਰਾਂ ਦੇ ਮੁਤਾਬਿਕ PTI ਨੇ 23 ਸੀਟਾਂ ਜਿੱਤੀਆਂ ਨੇ ਜਦਕਿ PPP 8 ਸੀਟਾਂ ਨਾਲ ਦੂਸਰੇ ਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਜੋ ਇਸ ਵੇਲੇ ਸੱਤਾ ਵਿੱਚ ਹੈ ਉਸਨੂੰ ਸਿਰਫ 6 ਸੀਟਾਂ ਹੀ ਮਿਲੀਆਂ ਨੇ ਜਿਹੜੀ ਕਿ ਇਸ ਵਕਤ POK ਦੇ ਵਿੱਚ ਸੱਤਾ ਦੇ ਵਿੱਚ ਹੈ। ਮੁਸਲਿਮ ਕਾਨਫਰੰਸ MC ਅਤੇ ਜੰਮੂ ਕਸ਼ਮੀਰ ਪੀਪਲਸ ਪਾਰਟੀ ਨੂੰ ਸਿਰਫ ਇੱਕ ਸੀਟ ਇੱਥੇ ਮਿਲੀ ਹੈ। Jio TV ਨੇ ਰਿਪੋਰਟ ਦਿੱਤੀ ਹੈ ਕਿ PTI ਨੇ 25 ਸੀਟਾਂ ਜਿੱਤੀਆਂ ਨੇ। ਇਸ ਤੋਂ ਬਾਅਦ PPP ਨੇ 9 ਤੇ PMLN ਨੇ 6 ਸੀਟਾਂ ਜਿੱਤੀਆਂ ਨੇ। ਸੋ ਇਸ ਵਕਤ ਇਮਰਾਨ ਖਾਨ ਦੀ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਨੇ। ਕਿਸੇ ਵੀ ਹੋਰ ਪਾਰਟੀ ਦੇ ਨਾਲ ਗੱਠਜੋੜ ਦੀ ਲੋੜ ਨਹੀਂ ਹੈ ਤੇ ਇਮਰਾਨ ਖਾਨ ਦੀ ਪਾਰਟੀ ਆਜ਼ਾਦ ਤੌਰ ਤੇ ਇੱਥੇ ਹੁਣ ਆਪਣੀ ਸਰਕਾਰ ਬਣਾਏਗੀ ਤੇ ਰਵਾਇਤੀ ਤੌਰ ਤੇ ਦੇਸ਼ ਦੀ ਸੱਤਾਧਾਰੀ ਪਾਰਟੀ ਹੀ POK ਦੇ ਵਿੱਚ ਚੋਣਾਂ ਜਿੱਤਦੀ ਆਈ ਹੈ। ਤੇ ਹੁਣ ਇਸ ਦਰਮਿਆਨ ਵੱਡਾ ਸਵਾਲ ਇਹ ਹੈ ਕਿ ਪਾਕਿਸਤਾਨ ਸ਼ਾਸਿਤ ਕਸ਼ਮੀਰ ਦੇ ਵਿੱਚ ਹੋਈਆਂ ਚੋਣਾਂ ਦਾ ਭਾਰਤ ਤੇ ਕੀ ਅਸਰ ਹੋਵੇਗਾ। ਅਮਰੀਕੀ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਕੈਨੇਥ ਮੈਂਕੇਜ਼ੀ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਵੀ ਅਮਰੀਕਾ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੂੰ ਰੋਕਣ ਦੇ ਲਈ ਹਵਾਈ ਹਮਲੇ ਕਰਦਾ ਰਹੇਗਾ। ਸੋ ਤਾਲਿਬਾਨ ਨੂੰ ਚੇਤਾਵਨੀ ਦਿੰਦਿਆਂ ਅਮਰੀਕਾ ਨੇ ਕਿਹਾ ਕਿ ਇਹ ਨਾ ਸਮਝੇ ਤਾਲਿਬਾਨ ਕਿ ਅਮਰੀਕਾ ਇੱਥੋਂ ਚਲਾ ਗਿਆ ਹੈ, ਹਵਾਈ ਹਮਲੇ ਅਸੀਂ ਕਰਦੇ ਰਹਾਂਗੇ। ਕਾਬਲ ਦੇ ਵਿੱਚ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਜਨਰਲ ਮੈਂਕੇਜ਼ੀ ਨੇ ਕਿਹਾ ਕਿ ਹਾਲ ਦੇ ਦਿਨਾਂ ਵਿੱਚ ਅਮਰੀਕਾ ਨੇ ਅਫਗਾਨ ਸੈਨਿਕ ਬਲਾਂ ਦੇ ਸਮਰਥਨ ਵਿੱਚ ਹਵਾਈ ਹਮਲੇ ਕੀਤੇ ਨੇ। ਉਹਨਾਂ ਕਿਹਾ ਕਿ ਜੇ ਤਾਲਿਬਾਨ ਹਮਲੇ ਕਰਦਾ ਰਹੇਗਾ ਤਾਂ ਅਮਰੀਕਾ ਅਫਗਾਨ ਫੌਜੀ ਬਲਾਂ ਨੂੰ ਹਵਾਈ ਮਦਦ ਦੇਣ ਦੇ ਲਈ ਤਿਆਰ ਹੈ। ਅਮਰੀਕੀ ਜਰਨੈਲ ਨੇ ਕਿਹਾ ਕਿ ਭਾਵੇਂ ਤਾਲਿਬਾਨ ਨੇ ਅੱਧੇ ਤੋਂ ਵੱਧ ਅਫਗਾਨਿਸਤਾਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਵਿਦੇਸ਼ੀ ਜਿਹੜੇ ਸੈਨਿਕ ਬਲ ਨੇ ਉਹ ਵੀ ਵਾਪਸ ਜਾ ਰਹੇ ਨੇ, ਪਰ ਤਾਲਿਬਾਨ ਦੀ ਜਿੱਤ ਹੈ ਜਿਹੜੀ ਉਹ ਸੁਨਿਸ਼ਚਿਤ ਨਹੀਂ ਹੈ। ਅਮਰੀਕੀ ਫੌਜੀਆਂ ਨੇ ਅਫਗਾਨਿਸਤਾਨ ਤੋਂ ਜਾਣ ਦੀ ਸਥਿਤੀ ਵਿੱਚ ਅਮਰੀਕੀ ਫੌਜੀਆਂ ਦੇ ਵੱਲੋਂ ਅਫਗਾਨਿਸਤਾਨ ਤੋਂ ਚਲੇ ਜਾਣ ਤੋਂ ਬਾਅਦ ਹੁਣ ਤੱਕ ਅਫਗਾਨਿਸਤਾਨ ਦੇ 200 ਤੋਂ ਵੱਧ ਜ਼ਿਲ੍ਹਿਆਂ ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਇਹ ਹੁਣ ਸਪਸ਼ਟ ਹੋ ਚੁੱਕਿਆ। ਹਾਲਾਂਕਿ ਪਿਛਲੇ ਦਿਨੀ ਅਫਗਾਨ ਦੀ ਸਰਕਾਰ ਇਸ ਗੱਲ ਤੋਂ ਇਨਕਾਰ ਕਰਦੀ ਰਹੀ ਹੈ ਕਿ ਤਾਲਿਬਾਨ ਅੱਧੇ ਤੋਂ ਵੱਧ ਅਫਗਾਨਿਸਤਾਨ ਤੇ ਕਬਜ਼ਾ ਕਰ ਚੁੱਕਿਆ, ਪਰ ਹੁਣ ਅਮਰੀਕਾ ਨੇ ਵੀ ਇਸ ਤੇ ਮੋਹਰ ਲਾ ਦਿੱਤੀ ਹੈ। ਚੀਨ ਨੇ ਅਮਰੀਕਾ ਨੂੰ ਫੇਰ ਖਰੀਆਂ ਸੁਣਾਈਆਂ ਨੇ। ਚੀਨ ਨੇ ਅਮਰੀਕਾ ਨੂੰ ਸੁਨੇਹਾ ਭੇਜਦਿਆਂ ਕਿਹਾ ਹੈ ਕਿ ਉਹ ਬੀਜਿੰਗ ਨੂੰ ਦੈਂਤ ਵਾਂਗੂ ਪੇਸ਼ ਕਰਨਾ ਬੰਦ ਕਰੇ। ਉਹਨਾਂ ਨੇ ਜੋ ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਉੱਚ ਪੱਧਰੀ ਬੈਠਕ ਦੇ ਵਿੱਚ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ, ਯਾਨੀ ਕਿ ਚੀਨ ਨੇ ਸਭ ਤੋਂ ਵੱਡੀ ਚੇਤਾਵਨੀ ਦਿੱਤੀ ਹੈ। ਨਵੇਂ ਰਾਸ਼ਟਰਪਤੀ ਦੇ ਬਣਨ ਤੋਂ ਬਾਅਦ ਚੀਨ ਦੇ ਉਪ ਵਿਦੇਸ਼ ਮੰਤਰੀ ਸ਼ੀ ਫੇਂਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਫਰਕ ਆ ਚੁੱਕਿਆ ਹੈ ਕਿਉਂਕਿ ਅਮਰੀਕਾ ਚੀਨ ਨੂੰ ਆਪਣੇ ਕਾਲਪਨਿਕ ਦੁਸ਼ਮਣ ਦੇ ਤੌਰ ਤੇ ਦੇਖਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਿਕ ਸ਼ੀ ਨੇ ਕਿਹਾ ਕਿ ਅਮਰੀਕਾ ਆਪਣੀ ਖੁਦ ਦੀਆਂ ਪੈਦਾ ਕੀਤੀਆਂ ਹੋਈਆਂ ਸਮੱਸਿਆਵਾਂ ਦੇ ਲਈ ਚੀਨ ਨੂੰ ਦੋਸ਼ ਦੇਣਾ ਚਾਹੁੰਦਾ ਹੈ। ਸ਼ੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਚੀਨ ਦੇ ਵਿਕਾਸ ਤੇ ਲਗਾਮ ਦੇਣ ਨਾਲ ਅਮਰੀਕਾ ਫਿਰ ਤੋਂ ਪਤਾ ਨਹੀਂ ਮਹਾਨ ਬਣ ਜਾਏਗਾ।
ਟੋਕੀਓ ਓਲੰਪਿਕਸ ਨੂੰ ਲੈ ਕੇ ਦੱਖਣੀ ਕੋਰੀਆਈ ਚੈਨਲ ਨੂੰ ਮਾਫੀ ਮੰਗਣੀ ਪਈ ਹੈ। ਆਖਿਰਕਾਰ ਕੀ ਮਸਲਾ ਸੀ, ਤੁਹਾਨੂੰ ਦੱਸਦੇ ਹਾਂ ਕਿ ਇਟਲੀ ਦੇ ਲਈ ਪਿਜ਼ਾ, ਰੋਮਾਨੀਆ ਦੇ ਲਈ ਡਰੈਕੁਲਾ ਅਤੇ ਯੂਕਰੇਨ ਦੇ ਲਈ ਚੋਰਨੋਬਿਲ ਨਿਊਕਲੀਅਰ ਪਾਵਰ ਪਲਾਂਟ, ਇਹ ਕੁਝ ਤਸਵੀਰਾਂ ਸੀ ਜੋ ਦੱਖਣੀ ਕੋਰੀਆ ਦੇ ਟੀਵੀ ਚੈਨਲ MBC ਨੇ ਟੋਕੀਓ ਓਲੰਪਿਕਸ ਦੀ ਓਪਨਿੰਗ ਸੈਰੇਮਨੀ ਦੇ ਦਿਨ ਵੱਖ-ਵੱਖ ਦੇਸ਼ਾਂ ਦੇ ਐਥਲੀਟਾਂ ਨੂੰ ਦਿਖਾਉਣ ਦੇ ਲਈ ਚਲਾਈਆਂ ਸੀ। NBC ਨੂੰ ਹੁਣ ਇਸ ਦੇ ਲਈ ਮਾਫੀ ਮੰਗਣੀ ਪਈ ਹੈ ਕਿਉਂਕਿ ਲੋਕਾਂ ਨੇ ਇਸ ਨੂੰ ਅਪਮਾਨਜਨਕ ਅਤੇ ਮੂਰਖਤਾਪੂਰਨ ਦੱਸ ਕੇ ਸ਼ਿਕਾਇਤ ਕੀਤੀ ਸੀ। ਚੈਨਲ ਨੇ ਮਾਫੀ ਮੰਗਦੇ ਹੋਏ ਕਿਹਾ ਹੈ ਕਿ ਸਾਡਾ ਮਕਸਦ ਲੋਕਾਂ ਨੂੰ ਆਸਾਨੀ ਦੇ ਨਾਲ ਦੇਸ਼ਾਂ ਦੇ ਨਾਮ ਸਮਝਾਉਣਾ ਸੀ, ਹੋਰ ਸਾਡਾ ਕੋਈ ਮਕਸਦ ਨਹੀਂ ਸੀ। ਹਾਲਾਂਕਿ ਚੈਨਲ ਨੇ ਇਹ ਵੀ ਮੰਨਿਆ ਹੈ ਕਿ ਇੱਕ ਅਜਿਹੀ ਗਲਤੀ ਸੀ ਜਿਸ ਦੇ ਲਈ ਕੋਈ ਬਹਾਨਾ ਨਹੀਂ ਬਣਾਇਆ ਜਾ ਸਕਦਾ, ਇਸ ਦੇ ਲਈ ਅਸੀਂ ਮਾਫੀ ਮੰਗਦੇ ਹਾਂ। ਟਵਿੱਟਰ ਤੇ ਜਾਰੀ ਕੀਤੇ ਗਏ ਬਿਆਨ ਦੇ ਵਿੱਚ NBC ਨੇ ਕਿਹਾ ਹੈ ਕਿ ਅਸੀਂ ਜਾਂਚ ਕਰਾਂਗੇ ਕਿ ਇਹਨਾਂ ਤਸਵੀਰਾਂ ਅਤੇ ਕੈਪਸ਼ਨਾਂ ਦੀ ਚੋਣ ਹੈ ਜਿਹੜੀ ਉਹ ਕਿਸਨੇ ਤੇ ਕਿਉਂ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਚੈਨਲ ਦੇ ਮੁਖੀ ਜਨਤਕ ਮਾਫੀ ਵੀ ਮੰਗ ਸਕਦੇ ਨੇ। ਅਸਲ ਦੇ ਵਿੱਚ ਚੈਨਲ ਨੇ ਅਜਿਹੀ ਗਲਤੀ ਪਹਿਲੀ ਵਾਰੀ ਨਹੀਂ ਕੀਤੀ, ਪਹਿਲਾਂ ਵੀ ਅਜਿਹੀ ਗਲਤੀ ਕੀਤੀ ਜਾ ਚੁੱਕੀ ਹੈ। 2008 ਦੇ ਬੀਜਿੰਗ ਓਲੰਪਿਕਸ ਦੇ ਵਿੱਚ ਟੀਵੀ ਚੈਨਲ ਨੇ ਜ਼ਿੰਬਾਬਵੇ ਨੂੰ ਭਿਆਨਕ ਮਹਿੰਗਾਈ ਵਾਲਾ ਦੇਸ਼ ਦੱਸਿਆ ਸੀ। ਇਸ ਤੋਂ ਬਾਅਦ ਚੈਨਲ ਤੇ ਜੁਰਮਾਨਾ ਵੀ ਲਾਇਆ ਗਿਆ ਸੀ। ਅਮਰੀਕਾ ਦੇ ਮਹਾਮਾਰੀ ਮਾਮਲਿਆਂ ਦੇ ਮਾਹਿਰ ਡਾਕਟਰ ਐਂਥਨੀ ਫਾਊਚੀ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਕਰੋਨਾ ਮਹਾਮਾਰੀ ਨਾਲ ਨਿਪਟਣ ਦੇ ਮਾਮਲੇ ਵਿੱਚ ਗਲਤ ਦਿਸ਼ਾ ਵੱਲ ਜਾ ਰਿਹਾ ਹੈ। ਦੇਸ਼ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਨੇ, ਖਾਸ ਤੌਰ ਤੇ ਉਹਨਾਂ ਲੋਕਾਂ ਦੇ ਵਿੱਚ ਕਰੋਨਾ ਦੇ ਮਾਮਲੇ ਵੱਧ ਰਹੇ ਨੇ ਜਿਨ੍ਹਾਂ ਨੂੰ ਹਾਲੇ ਤੱਕ ਵੈਕਸੀਨ ਨਹੀਂ ਲੱਗੀ ਹੈ। ਡਾਕਟਰ ਫਾਊਚੀ ਨੇ ਕਿਹਾ ਹੈ ਕਿ ਕੋਵਿਡ-19 ਦਾ ਡੈਲਟਾ ਵੇਰੀਐਂਟ ਉਹਨਾਂ ਥਾਵਾਂ ਤੇ ਅਮਰੀਕਾ ਦੇ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਜਿੱਥੇ ਟੀਕਾਕਰਨ ਦੀ ਦਰ ਘੱਟ ਹੈ। ਉਹਨਾਂ ਨੇ ਅੱਗੇ ਕਿਹਾ ਕਿ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਅਧਿਕਾਰੀ ਦੇਸ਼ ਵਿੱਚ ਮੁੜ ਤੋਂ ਮਾਸਕ ਲਾਉਣ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕਰਨ ਤੇ ਵਿਚਾਰ ਕਰ ਰਹੇ ਨੇ। ਇੱਕ ਪਾਸੇ ਜਿੱਥੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਮਾਸਕ ਲਾਉਣ ਨੂੰ ਲੈ ਕੇ ਹਾਲੇ ਤੱਕ ਵੀ ਨਿਯਮ ਲਾਗੂ ਨੇ, ਉੱਥੇ ਅਮਰੀਕਾ ਨੇ ਪਿਛਲੇ ਦਿਨਾਂ ਦੇ ਵਿੱਚ ਮਾਸਕ ਹਟਾਉਣ ਨੂੰ ਲੈ ਕੇ ਜਾਂ ਕਹਿ ਲਈਏ ਕਿ ਮਾਸਕ ਤੇ ਲੱਗੀ ਪਾਬੰਦੀ ਨੂੰ ਹਟਾਉਣ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਭਾਰਤ ਵਿੱਚ ਹਾਲੇ ਵੀ ਮਾਸਕ ਲਾਉਣ ਦਾ ਨਿਯਮ ਪੂਰੀ ਤਰ੍ਹਾਂ ਦੇ ਨਾਲ ਲਾਗੂ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਸਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਜ਼ਰੂਰ ਬਚ ਕੇ ਰਿਹਾ ਕਰੋ। ਧੰਨਵਾਦ।